ਅਠ ਨਿਗ੍ਰਹ ਕਰ ਕਾਇਆ ਛੀਜੈ। ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਰਾਮਕਲੀ ਰਾਗ ਦੇ ਅੰਦਰ, ਜਿਸ ਦਾ ਆਪ ਸੰਤਾਂ ਨੇ ਪਾਠ ਸਰਵਣ ਕੀਤਾ ਹੈ। ਹਠ ਦਾ ਅਰਥ ਹੁੰਦਾ ਜਿੱਦ ਕਰਨੀ, ਨਿਗ੍ਰਹ ਦਾ ਅਰਥ ਹੁੰਦਾ ਜਿੱਦ ਕਰਕੇ ਕਿਸੇ ਨੂੰ ਰੋਕਣਾ। ਕਰ ਕਾਇਆ ਛੀਜੈ, ਕਾਇਆ ਸਰੀਰ ਤੇ ਛੀਜੇ ਦਾ ਅਰਥ ਹੈ ਛਿਜ ਜਾਣਾ, ਕਮਜ਼ੋਰ ਹੋ ਜਾਣਾ। ਧੰਨ ਗੁਰੂ ਨਾਨਕ ਦੇਵ ਜੀ ਇਸ ਪਾਵਨ ਸ਼ਬਦ ਦੇ ਨਾਲ ਸਾਨੂੰ ਇਹ ਦੱਸਦੇ ਨੇ ਕਿ ਜਿੱਦ ਕਰਕੇ ਇੰਦਰੀਆਂ ਨੂੰ ਜੋ ਅਸੀਂ ਰੋਕਦੇ ਹਾਂ, ਇਸ ਦੇ ਨਾਲ ਸਰੀਰ ਦੇ ਵਿੱਚ ਬੜੀ ਕਮਜ਼ੋਰੀ ਆ ਜਾਂਦੀ ਹੈ। ਅਸੀਂ ਰੋਕਦੇ ਕਿਵੇਂ ਆ ਤੇ ਕਿਉਂ ਰੋਕਦੇ ਹਾਂ, ਕਾਹਦੇ ਤੋਂ ਰੋਕਦੇ ਹਾਂ, ਇਹ ਸਮਝਣਾ ਅੱਤ ਦਾ ਜ਼ਰੂਰੀ ਹੈ। ਸਾਡੇ ਸਰੀਰ ਦੇ 5 ਗਿਆਨ ਇੰਦਰੀ ਹਨ। ਅੱਖਾਂ, ਕੰਨ, ਨੱਕ, ਮੂੰਹ ਤੇ ਚਮੜੀ, ਇਹ 5 ਗਿਆਨ ਇੰਦਰੀ ਨੇ। ਜਿਵੇਂ ਚਮੜੀ ਤੋਂ ਸਾਨੂੰ ਪਤਾ ਲੱਗਦਾ ਹੈ ਠੰਡੇ ਤੇ ਤੱਤੇ ਦਾ, ਰਸਨਾ ਤੋਂ, ਜ਼ੁਬਾਨ ਤੋਂ ਸਾਨੂੰ ਖਾਣ ਪੀਣ ਵਾਲੇ ਪਦਾਰਥਾਂ ਦਾ ਸਵਾਦ ਤੇ ਬੋਲਣ ਦਾ ਸਵਾਦ ਜਿਹੜਾ ਇਹ ਆਉਂਦਾ ਹੈ। ਨੱਕ ਜਿਹੜਾ, ਇਹਦੇ ਤੋਂ ਸੁਗੰਧੀ ਦਾ ਜਿਹੜਾ ਰਸ ਹੈ, ਸਵਾਦ ਹੈ, ਉਸ ਦਾ ਪਤਾ ਲੱਗਦਾ ਹੈ, ਅਸੀਂ ਸੁਗੰਧੀ ਮੰਨਦੇ ਹਾਂ। ਕੰਨਾਂ ਤੋਂ ਸ਼ਬਦ ਦਾ ਰਸ, ਜੋ ਕੰਨਾਂ ਦੇ ਨਾਲ ਅਸੀਂ ਸੁਣ ਕੇ ਪ੍ਰਾਪਤ ਕਰਦੇ ਹਾਂ। ਇਸੇ ਤਰ੍ਹਾਂ ਅੱਖਾਂ ਨੇ ਜਿਹੜੀਆਂ, ਇਹਨਾਂ ਦੇ ਨਾਲ ਵੇਖ ਕੇ ਇਹਨੂੰ ਫਿਰ ਵਿਦਾਂਤ ਦੇ ਅੰਦਰ ਇਸ ਤਰ੍ਹਾਂ ਕਿਹਾ ਗਿਆ ਹੈ, ਰੂਪ, ਰਸ, ਗੰਧ, ਸਪਰਸ਼ ਤੇ ਸ਼ਬਦ, ਇਹ 5 ਨਾਮ ਦਿੱਤੇ ਨੇ ਇਹਨਾਂ ਨੂੰ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਪਾਵਨ ਸ਼ਬਦ ਦੇ ਨਾਲ ਸਾਨੂੰ ਇਹ ਦੱਸਿਆ ਹੈ ਕਿ ਜਦੋਂ ਅਸੀਂ ਜਿੱਦ ਕਰਕੇ ਇਹਨਾਂ ਇੰਦਰੀਆਂ ਨੂੰ ਇਹਨਾਂ ਸਵਾਦਾਂ ਰਸਾਂ ਦੇ ਵੱਲੋਂ ਰੋਕਦੇ ਹਾਂ ਤੇ ਉਸ ਦੇ ਨਾਲ ਸਰੀਰ ਦੇ ਵਿੱਚ ਕਮਜ਼ੋਰੀ ਹੁੰਦੀ ਹੈ। ਫਿਰ ਕਰਨਾ ਕੀ ਚਾਹੀਦਾ ਹੈ? ਇਸੇ ਤਰ੍ਹਾਂ ਇਹ 5 ਰਸ ਨੇ ਜਿਹੜੇ, ਇਹ ਸ਼ਬਦ ਤੋਂ ਵੀ ਪੈਦਾ ਹੁੰਦੇ ਨੇ, ਜੋ ਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਗੁਰਮੰਤਰ ਸਾਨੂੰ ਦਿੱਤਾ, ਉਹਦੇ ਤੋਂ ਵੀ ਸਾਨੂੰ ਪ੍ਰਾਪਤ ਹੁੰਦੇ ਨੇ। ਜਦੋਂ ਅਸੀਂ ਨਾਮ ਜਪਦੇ ਹਾਂ, ਨਾਮ ਜਪਣ ਦੇ ਨਾਲ ਅੰਦਰੋਂ ਰਸ ਪੈਦਾ ਹੁੰਦਾ ਹੈ। ਜਿਵੇਂ ਜ਼ੁਬਾਨ ਦੇ ਨਾਲ ਕੁਝ ਖਾਣ ਦੇ ਨਾਲ ਜਾਂ ਬੋਲਣ ਦੇ ਨਾਲ ਸਾਨੂੰ ਰਸ ਆਉਂਦਾ ਹੈ, ਉਵੇਂ ਅੰਦਰੋਂ ਸੁਰਤ ਦੇ ਨਾਲ ਨਾਮ ਜਪਣ ਦੇ ਨਾਲ ਇੱਕ ਰਸ ਵੱਜ ਜਾਂਦਾ ਹੈ। ਜਿਵੇਂ ਕੰਨਾਂ ਦੇ ਨਾਲ ਅਸੀਂ ਕਿਸੇ ਤੋਂ ਕੁਝ ਸੁਣ ਕੇ ਤੇ ਸਕੂਨ ਮੰਨਦੇ ਹਾਂ, ਰਸ ਮੰਨਦੇ ਹਾਂ, ਉਸੇ ਤਰ੍ਹਾਂ ਅੰਦਰੋਂ ਜਦੋਂ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ, ਜਿਸ ਨੂੰ ਅਨਾਹਦ ਧੁਨ ਆਖਿਆ ਹੈ, ਇਸ ਨੂੰ ਸੁਣਦੇ ਹਾਂ ਤੇ ਫਿਰ ਅੰਦਰੋਂ ਰਸ ਆਉਂਦਾ ਹੈ ਸ਼ਬਦ ਦੇ ਨਾਲ। ਇਸੇ ਤਰ੍ਹਾਂ ਅੰਦਰੋਂ ਜਦੋਂ ਪ੍ਰਕਾਸ਼ ਨੂੰ ਵੇਖੀਦਾ ਹੈ, ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ। ਇਹ ਵੇਖਣ ਦਾ ਵੀ ਰੂਪ ਰਸ ਜਿਹੜਾ, ਇਹ ਆਨੰਦ ਦਿੰਦਾ ਹੈ। ਇਸੇ ਤਰ੍ਹਾਂ ਅੰਦਰੋਂ ਨਾਮ ਦੀ ਸੁਗੰਧੀ ਵੀ ਪੈਦਾ ਹੁੰਦੀ ਹੈ। ਜਿਹੜੇ ਬਾਹਰ ਦੇ 5 ਗਿਆਨ ਇੰਦਰੀਆਂ ਤੋਂ ਸਾਨੂੰ ਰਸ ਮਿਲਦੇ ਨੇ, ਉਹ ਅੰਦਰੋਂ ਨਾਮ ਜਪਣ ਦੇ ਨਾਲ ਵੀ ਸਾਰੇ ਪ੍ਰਾਪਤ ਹੁੰਦੇ ਨੇ। ਜੇ ਅਸੀਂ ਅੰਦਰੋਂ ਨਾਮ ਜਪਾਂਗੇ, ਅੰਦਰੋਂ ਸਾਨੂੰ ਇਹ ਸਾਰੇ ਰਸ ਪ੍ਰਾਪਤ ਹੋਣਗੇ ਤੇ ਫਿਰ ਇੰਦਰੀ ਜਿਹੜੇ ਨੇ, ਇਹਨਾਂ ਨੂੰ ਬਾਹਰ ਵਾਲੇ ਰਸ ਨੇ ਨਾ ਜਿਹੜੇ, ਇਹ ਆਪੇ ਹੀ ਥੋਥੇ ਲੱਗਣਗੇ। ਜਦੋਂ ਬਾਹਰ ਵਾਲੇ ਰਸ ਥੋਥੇ ਲੱਗਣਗੇ ਤੇ ਫਿਰ ਇੰਦਰੀ ਉਹਨਾਂ ਦੇ ਵੱਲ ਉਧਰ ਆਕਰਸ਼ਿਤ ਨਹੀਂ ਹੋਣਗੇ। ਜਦੋਂ ਆਕਰਸ਼ਿਤ ਨਹੀਂ ਹੋਣਗੇ, ਉਧਰ ਜਾਣਗੇ ਨਹੀਂ, ਤੇ ਫਿਰ ਇਹਨਾਂ ਨੂੰ ਗੁਨਾਹ ਕੋਈ ਨਹੀਂ ਲੱਗੇਗਾ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਇਆ ਹੈ, ਹਠ ਨਿਗ੍ਰਹ ਕਰ ਕਾਇਆ ਛੀਜੇ। ਜਦੋਂ ਅਸੀਂ ਜਿੱਦ ਕਰਕੇ ਇਹਨਾਂ 5 ਇੰਦਰੀਆਂ ਨੂੰ, ਇਹਨਾਂ ਦੇ 5 ਰਸਾਂ ਦੇ ਵੱਲੋਂ ਰੋਕਦੇ ਹਾਂ ਤੇ ਉਦੋਂ ਸਾਡਾ ਸਰੀਰ ਹੈ ਜਿਹੜਾ, ਇਹਦੇ ਵਿੱਚ ਕਮਜ਼ੋਰੀ ਆਉਂਦੀ ਹੈ, ਸਰੀਰ ਕਮਜ਼ੋਰ ਹੁੰਦਾ ਹੈ ਜੀ। ਵਰਤ ਤਪਨ ਕਰ ਮਨ ਨਹੀਂ ਪੀਜੈ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਪਹਿਲੋਂ ਤਾਂ ਜਿਹੜੇ ਯੋਗੀ ਸਨ ਨਾ, ਯੋਗ ਸਾਧਨਾ ਦੇ ਨਾਲ ਇਹ ਜਿੱਦ ਕਰਕੇ ਤੇ ਇੰਦਰੀਆਂ ਨੂੰ ਰੋਕਣ ਦਾ ਜੋ ਪ੍ਰਯਾਸ ਕਰਦੇ ਨੇ, ਉਹ ਸਿਧਾਂਤ ਦੱਸਿਆ ਗੁਰੂ ਮਹਾਰਾਜ ਜੀ ਨੇ। ਕਿਉਂਕਿ ਯੋਗੀਆਂ ਦਾ ਜਿਹੜਾ ਸਿਧਾਂਤ ਹੈ,
ਇਹ ਹੱਠ ਕਰਕੇ, ਜਿੱਦ ਕਰਕੇ ਆਪਣੇ ਇੰਦਰੀਆਂ ਨੂੰ ਇਹਨਾਂ ਆਪੋ ਆਪਣੇ ਰਸਾਂ ਤੋਂ ਰੋਕਦੇ ਨੇ। ਹੁਣ ਜਿਹੜੀ ਅੱਗੇ ਵਾਲੀ ਤੁਕ ਹੈ, ਇਹਦੇ ਚ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ, ਜਿਵੇਂ ਵਰਤ ਰੱਖਣਾ, ਮੁਸਲਮਾਨ 40 ਰੋਜ਼ੇ ਰੱਖਦੇ ਨੇ। ਸਨਾਤਨ ਧਰਮ ਦੇ ਵਿੱਚ ਕੋਈ ਸੋਮਵਾਰ ਦਾ ਵਰਤ ਰੱਖਦਾ, ਕੋਈ ਮੰਗਲਵਾਰ ਦਾ ਵਰਤ ਰੱਖਦਾ, ਕੋਈ ਵੀਰਵਾਰ ਦਾ, ਕੋਈ ਸ਼ੁੱਕਰ, ਸ਼ਨੀ ਤੇ ਐਤ। ਇਸ ਤਰ੍ਹਾਂ ਸਾਰੇ ਦਿਨ ਨੇ, ਸਾਰੇ ਦਿਨਾਂ ਦੇ ਵੱਖੋ ਵੱਖਰੇ ਲੋਕਾਂ ਨੇ ਆਪਣੀ ਮਨ ਮਤ ਦੇ ਨਾਲ ਵਰਤ ਬਣਾਏ ਹੋਏ ਨੇ ਤੇ ਉਹਨਾਂ ਵਰਤਾਂ ਨੂੰ ਰੱਖਦੇ ਨੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਸ ਤਰ੍ਹਾਂ ਭੁੱਖੇ ਰਿਹਾ ਵੀ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸਾਡੇ ਜਿਹੜੇ ਇਹ ਇੰਦਰੀ ਨੇ ਇਹ ਵਕਾਰਾਂ ਦੇ ਵੱਲੋਂ ਨਹੀਂ ਮੁੜਦੇ। ਦੂਸਰਾ ਅੱਗੇ ਸ਼ਬਦ ਆਇਆ ਤਪਣ ਦਾ ਅਰਥ ਹੈ ਸਰੀਰ ਨੂੰ ਤਪਾਉਣਾ। ਜਿਵੇਂ ਧੂਣੀਆਂ ਤਪਾ ਕੇ ਸਰੀਰ ਨੂੰ ਦੁਖੀ ਕਰਨਾ, ਤਪਾਉਣਾ। ਅੱਜ ਕੱਲ੍ਹ ਦੇ ਜਿਹੜੇ ਪਿੱਛੇ ਬਹੁਤ ਦੇ ਦਿਨ ਗਏ ਨੇ, ਇਹਨਾਂ ਵਿੱਚ ਠੰਡਾ ਪਾਣੀ ਸਿਰ ਦੇ ਵਿੱਚ ਪਵਾ ਕੇ ਸਰੀਰ ਨੂੰ ਤਪਾਉਣਾ। ਇਸ ਤਰ੍ਹਾਂ ਵੀ ਜਿਹੜਾ ਮਨ, ਇਹਨਾਂ ਇੰਦਰੀ ਨੇ ਜਿਹੜੇ ਇਹ ਵਕਾਰਾਂ ਦੇ ਵੱਲੋਂ ਨਹੀਂ ਰੁਕਦੇ, ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਵਰਤ ਤਪਨ ਕਰ ਮਨ ਨਹੀਂ ਭੀਜੇ, ਭਾਵੇਂ ਕੋਈ ਵਰਤ ਰੱਖੇ ਤੇ ਭਾਵੇਂ ਕਿਤਨੀ ਤਪ ਸਾਧਨਾ ਕਰੇ, ਪਰ ਮਨ ਇਹਨਾਂ ਜਿਹੜਾ ਉਹ ਅੰਦਰੂਨੀ ਤੌਰ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਰਸ ਨੇ ਉਹਨਾਂ ਦੇ ਵਿੱਚ ਨਹੀਂ ਜੇ ਭੇਜਦਾ। ਮੈਂ ਇੱਕ ਵਾਰੀ ਫਿਰ ਨਾ ਥੋੜੀ ਜਿਹੀ ਮਿਹਨਤ ਕਰਦੇ ਹਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਹੱਠ ਨਿਗਰਹੋ, ਹੱਠ ਦਾ ਅਰਥ ਹੁੰਦਾ ਜਿੱਦ ਕਰਨੀ, ਹੱਠ ਕਰਨਾ। ਨਿਗਰੋਹ ਦਾ ਅਰਥ ਹੁੰਦਾ ਰੋਕਣਾ। ਕਰ ਕਾਇਆ ਛੀਜੇ, ਸਾਡੇ ਸਰੀਰ ਦੇ 5 ਗਿਆਨ ਇੰਦਰੀ ਨੇ। ਇਹ 5 ਗਿਆਨ ਇੰਦਰੀਆਂ ਦੇ 5 ਪ੍ਰਕਾਰ ਦੇ ਰਸ ਨੇ। ਅੱਖਾਂ ਦਾ ਰਸ ਹੈ ਰੂਪ, ਕੰਨਾਂ ਦਾ ਰਸ ਹੈ ਸ਼ਬਦ, ਚਮੜੀ ਦਾ ਰਸ ਹੈ ਸਪਰਸ਼, ਜ਼ੁਬਾਨ ਦਾ ਰਸ ਜਿਹੜਾ ਇਹ ਖਾਣ ਤੇ ਬੋਲਣ ਦਾ, ਇਸ ਨੂੰ ਰਸ ਆਖ ਦਿੰਦੇ ਨੇ। ਇਸੇ ਕਰਕੇ ਇਸ ਨੂੰ ਰਸਨਾ ਆਖਿਆ ਜਾਂਦਾ। ਰਸ, ਰਸਨਾ, ਰਸ ਮਾਨਣ ਵਾਲੀ। ਤੇ ਨਾਸਾਂ ਨੇ ਜਿਹੜੀਆਂ ਨਾਕੇ, ਇਹਦਾ ਰਸ ਹੈ ਗੰਧ, ਸੁਗੰਧੀ। ਇਹ ਬਾਹਰੋਂ ਜਦੋਂ ਪ੍ਰਾਪਤ ਹੁੰਦੀ ਹੈ ਤੇ ਇੰਦਰੀ ਬਾਹਰ ਇਹਨਾਂ ਵੱਲ ਆਕਰਸ਼ਿਤ ਹੁੰਦੇ ਨੇ। ਮਨ ਜਿਹੜਾ ਫਿਰ ਇੱਧਰ ਲੱਗ ਜਾਂਦਾ, ਨਾਮ ਦੇ ਨਾਲ ਨਹੀਂ ਜੁੜਦਾ, ਨਾਮ ਵਾਲੇ ਪਾਸੇ ਨਹੀਂ ਲੱਗਦਾ। ਤੇ ਜੋਗੀ ਜਿਹੜੇ ਨੇ ਉਹ ਜਿੱਦ ਕਰਕੇ, ਇਹਨਾਂ ਨੂੰ ਰੋਕ ਕਰਕੇ, ਇਹਨਾਂ ਰਸਾਂ ਤੋਂ ਆਪਣੇ ਇੰਦਰੀਆਂ ਨੂੰ ਬਚਾ ਕੇ ਰੱਖਣਾ ਚਾਹੁੰਦੇ ਨੇ। ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਬੜਾ ਸੁਖੈਨ ਤਰੀਕਾ ਦੱਸਿਆ ਵੀ ਇਸ ਤਰ੍ਹਾਂ ਜੇ ਅਸੀਂ ਜਿੱਦ ਕਰਾਂਗੇ, ਹੱਠ ਕਰਾਂਗੇ ਤੇ ਉਹਦੇ ਨਾਲ ਸਰੀਰ ਕਮਜ਼ੋਰ ਹੋ ਜਾਵੇਗਾ। ਜੇ ਅਸੀਂ ਨਾਮ ਜਪਾਂਗੇ, ਅੰਦਰ ਸਾਡੇ ਨਾਮ ਦੇ ਨਾਲ ਇਹ 5 ਰਸ ਅੰਦਰੋਂ ਵੀ ਪ੍ਰਾਪਤ ਹੁੰਦੇ ਨੇ। ਜਦੋਂ 5 ਰਸ ਅੰਦਰੋਂ ਪ੍ਰਾਪਤ ਹੁੰਦੇ ਨੇ ਤੇ ਅੰਦਰੋਂ ਇਹਨਾਂ 5 ਰਸਾਂ ਨੂੰ ਮਾਣ ਕੇ ਮਨ ਜਿਹੜਾ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਹੁਣ ਦੂਜੀ ਗੱਲ ਕਰਦੇ ਨੇ ਸਨਾਤਨ ਧਰਮ ਦੀ। ਵਰਤ ਤਪਣ ਕਰ ਮਨ ਨਹੀਂ ਭੀਜੇ। ਸਨਾਤਨ ਧਰਮ ਦੇ ਵਿੱਚ ਵਰਤ ਰੱਖੇ ਜਾਂਦੇ ਨੇ, ਭੁੱਖਾ ਰਿਹਾ ਜਾਂਦਾ ਹੈ। ਤੇ ਜਿਹੜੇ ਕਈ ਸਾਧੂ ਲੋਕ ਨੇ ਉਹ ਸਰੀਰ ਨੂੰ ਤਪਾਉਣ ਤੇ ਹੀ ਜ਼ੋਰ ਦੇਈ ਰੱਖਦੇ ਨੇ। ਕਰ ਮਨ ਨਹੀਂ ਭੀਜੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਨਾਂ ਸਾਰੀਆਂ ਵਿਧੀਆਂ ਦੇ ਨਾਲ ਮਨ ਇਹਨਾਂ ਜਿਹੜਾ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਰਸ, ਆਨੰਦ, ਸਕੂਨ ਨੇ ਉਹਨਾਂ ਵਿੱਚ ਨਹੀਂ ਭਿੱਜਦਾ ਹੈ ਜੀ। ਰਾਮ ਨਾਮ ਸਯਵਰ ਨਾ ਪੂਜੈ। ਪ੍ਰਭੂ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ ਗੁਰਮੰਤਰ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ। ਇਸ ਨਾਮ ਦੇ ਬਰਾਬਰ, ਸਰਦਾਰਥੇ ਬਰਾਬਰ ਅਵਰ ਨਾ ਪੂਜੇ। ਕੋਈ ਵੀ ਹੋਰ ਕਿਰਿਆ ਤੇ ਸਾਧਨ ਹੈ ਨਾ ਜਿਹੜਾ ਇਹ ਵਾਹਿਗੁਰੂ ਨਾਮ ਦੇ ਬਰਾਬਰ ਨਹੀਂ ਜੇ ਪੁੱਜਦਾ। ਗੁਰਮੁਖ ਪਿਆਰਿਓ, ਦਾਸ ਸਮੇਂ-ਸਮੇਂ ਤੇ ਬੇਨਤੀ ਕਰਦਾ ਹੈ। ਸਮਾਂ ਬੜਾ ਜੋਗ ਆ ਗਿਆ, ਹੁਣ ਠੰਡ ਬੜੀ ਘਟ ਗਈ ਅੱਗੇ ਦੇ ਨਾਲੋਂ। ਅਸੀਂ ਅਭਿਆਸੀ ਹੋਣ ਦਾ ਯਤਨ ਕਰੀਏ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਗੁਰਬਾਣੀ ਦੇ ਅੰਦਰ ਸਾਨੂੰ ਹਰ ਤਰੀਕੇ, ਹਰ ਢੰਗ ਦੇ ਨਾਲ ਨਾਮ ਅਭਿਆਸ ਦੇ ਨਾਲ ਜੋੜਿਆ ਹੈ ਵੀ ਗੁਰੂ ਸਵਾਰਿਆ ਤੂੰ ਨਾਮ ਦਾ ਅਭਿਆਸੀ ਬਣ ਜਾ। ਨਾਮ ਦਾ ਅਭਿਆਸੀ ਹੋਏਗਾ, ਨਾਮ ਅਭਿਆਸ ਦੇ ਸਾਰੇ ਆਨੰਦ ਨੇ ਜਿਹੜੇ ਇਹ ਪ੍ਰਾਪਤ ਹੋ ਜਾਣਗੇ। ਜਿਤਨੇ ਬਾਹਰ ਆਨੰਦ ਨੇ ਨਾ, ਇਹ ਸਾਰੇ ਆਨੰਦ ਅੰਦਰੋਂ ਨਾਮ ਦਾ ਅਭਿਆਸ ਕਰਨ ਦੇ ਨਾਲ ਪ੍ਰਾਪਤ ਹੋ ਜਾਂਦੇ ਨੇ। ਰਾਮ ਨਾਮ ਸਰ ਅਵਰ ਨਾ ਪੂਜੇ। ਹੋਰ ਕੋਈ ਵੀ ਤਰੀਕਾ, ਕਿਰਿਆ ਨਾ ਜਿਹੜੀ
ਪ੍ਰਭੂ ਪਰਮਾਤਮਾ ਦੇ ਨਾਮ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੀ ਹੈ ਜੀ। ਰਹਾਉ ਬਾਦ ਪੜੈ ਰਾਗੀ ਜਗ ਭੀਜੈ। ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਗੁਰ ਸੇਵਾ ਗੁਰੂ ਦੀ ਕਰ। ਮਨਾ ਹੇ ਮੇਰਿਆ ਮਨਾ ਹਰ ਜਨ ਸੰਗ ਕੀਜੇ। ਹਰ ਜਨ ਗੁਰਸਿੱਖ ਨੂੰ ਆਖਿਆ ਗਿਆ ਏ, ਜਿਹੜੇ ਹਰੀ ਪਰਮਾਤਮਾ ਦੇ ਦਾਸ ਹੋ ਗਏ ਨੇ, ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਵਾਲੇ ਹੋ ਗਏ ਨੇ। ਸੰਗ ਕੀਜੇ, ਉਹਨਾਂ ਦੀ ਸੰਗਤ ਕਰ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਇਹ ਰਹਾਉ ਵਾਲੀਆਂ ਤੁਕਾਂ ਨੇ। ਇਹਨਾਂ ਦੇ ਵਿੱਚ ਗੁਰੂ ਜੀ ਨੇ ਸਾਨੂੰ ਇਹ ਦੱਸਿਆ, ਗੁਰ ਸੇਵ ਮਨਾ ਹੇ ਮੇਰਿਆ ਮਨਾ, ਗੁਰੂ ਦੀ ਸੇਵਾ ਕਰ। ਹਰ ਜਨ ਸੰਗ ਕੀਜੇ, ਤੇ ਗੁਰੂ ਦੀ ਸੇਵਾ ਕਰਦਾ ਨਾ ਹਰ ਜਨ ਗੁਰਸਿੱਖਾਂ ਦੀ ਸੰਗਤ ਕਰ। ਗੁਰਬਾਣੀ ਦੇ ਅੰਦਰ ਸੰਗਤ ਨੂੰ ਬਹੁਤ ਵੱਡਾ ਮੰਨਿਆ, ਕਿਉਂਕਿ ਸੰਗਤ ਗ੍ਰੰਥ ਤੇ ਪੰਥ, ਸੰਗਤ ਹੈ ਜਿਹੜੀ ਇਹ ਪੰਥ ਹੈ ਗੁਰੂ ਮਹਾਰਾਜ ਜੀ ਦਾ। ਸੱਚੇ ਸਤਿਗੁਰ ਦਾ ਜੋ ਪੰਥ ਹੈ ਇਹ ਸੰਗਤ ਹੈ। ਜਿਸ ਵਕਤ ਚਮਕੌਰ ਦੀ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਸਤਿਗੁਰ ਜੀ ਯੁੱਧ ਕਰਕੇ ਤੇ ਉੱਥੇ ਬੈਰੀ ਨੂੰ ਮਾਤ ਦੇਣਾ ਚਾਹੁੰਦੇ ਸਨ, ਉਦੋਂ ਜਦੋਂ ਪੰਜ ਸਿੰਘਾਂ ਨੇ ਸੰਗਤ ਦੇ ਰੂਪ ਦੇ ਵਿੱਚ ਅਰਦਾਸ ਕੀਤੀ ਸੀ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੂੰ ਇਹ ਆਖਿਆ ਸੀ, ਤੁਸੀਂ ਆਪ ਹੀ ਆਖਿਆ ਕਿ ਪੰਥ ਹੈ ਜਿਹੜਾ ਇਹ ਗੁਰੂ ਹੈ, ਤੇ ਅਸੀਂ ਹੁਣ ਵੇਖ ਲਓ ਪੰਥ ਦੇ ਰੂਪ ਦੇ ਵਿੱਚ, ਸੰਗਤ ਦੇ ਰੂਪ ਦੇ ਵਿੱਚ ਆਪ ਜੀ ਦੇ ਅੱਗੇ ਹਾਜ਼ਰ ਹੋ ਕੇ ਅਰਦਾਸ ਕਰਦੇ ਹਾਂ, ਤੁਹਾਨੂੰ ਸਾਡੀ ਇਹ ਅਰਦਾਸ ਮੰਨਣੀ ਪਏਗੀ। ਇਸ ਕਰਕੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਗੁਰ ਸੇਵਾ ਅਸੀਂ ਗੁਰੂ ਦੀ ਕਰਨੀ ਹੈ। ਗੁਰੂ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ। ਵਰਤਮਾਨ ਗੁਰੂ ਹੈ ਜਿਹੜਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ। ਸਮੇਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਸਨ, ਉਦੋਂ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਉਤਾਰਿਆ। ਫਿਰ ਉਹੀ ਰੂਪ ਗੁਰੂ ਅੰਗਦ ਦੇਵ ਜੀ ਹੋ ਗਏ, ਉਹੀ ਰੂਪ ਗੁਰੂ ਅਮਰਦਾਸ ਜੀ ਹੋ ਗਏ, ਉਹੀ ਰੂਪ ਧੰਨ ਗੁਰੂ ਰਾਮਦਾਸ ਜੀ, ਉਹੀ ਰੂਪ ਧੰਨ ਗੁਰੂ ਅਰਜਨ ਦੇਵ ਜੀ, ਤੇ ਅੱਜ ਦਸੋ ਪਾਤਸ਼ਾਹੀਆਂ ਦਾ ਉਹੀ ਸਰੂਪ ਧੰਨ ਗੁਰਬਾਣੀ ਹੈ। ਗੁਰੂ ਮਹਾਰਾਜ ਜੀ ਉਦੋਂ ਵੀ ਬਾਣੀ ਦੇ ਨਾਲ ਸ਼ਬਦ ਉਚਾਰਨ ਕਰਕੇ ਸੰਗਤਾਂ ਨੂੰ ਕਰਤਾਰਥ ਕਰਿਆ ਕਰਦੇ ਸਨ, ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਕਿਰਪਾ ਕਰਦੇ ਨੇ, ਪਾਵਨ ਸ਼ਬਦ ਦੇ ਨਾਲ ਸੰਗਤਾਂ ਨੂੰ ਕਰਤਾਰਥ ਕਰ ਰਹੇ ਨੇ। ਗੁਰ ਸੇਵ ਮਨਾ, ਆਓ ਆਪਾਂ ਸੱਚੇ ਸਤਿਗੁਰੂ ਦੀ ਸੇਵਾ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੀਏ। ਹੁਣ ਸੇਵਾ ਕੀ ਹੈ? ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਗੁਰੂ ਮਹਾਰਾਜ ਜੀ ਦੀ ਸੇਵਾ ਹੈ, ਨਾਮ ਜਪਦੇ ਹਾਂ ਗੁਰੂ ਮਹਾਰਾਜ ਜੀ ਦੀ ਸੇਵਾ ਹੈ, ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ, ਬਾਣੀ ਪੜ੍ਹਨੀ, ਗੁਰੂ ਮਹਾਰਾਜ ਜੀ ਦਾ ਸੁਖਾਸਨ ਕਰਨਾ ਹੈ, ਗੁਰੂ ਦੀ ਸੇਵਾ ਹੈ। ਗੁਰ ਸੇਵ ਮਨਾ ਹਰ ਜਨ ਸੰਗ ਕੀਜੇ। ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੋਣਾ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇਹ ਗੁਰੂ ਦੀ ਸੇਵਾ ਕਿਵੇਂ ਹੈ? ਇਹ ਮੈਂ ਥੋੜਾ ਜਿਹਾ ਸਮਝਾ ਦਿਆਂ, ਕਿਤੇ ਵਹਿਮ ਦੇ ਵਿੱਚ ਨਾ ਤੁਰੇ ਫਿਰਦੇ ਹੋਈਏ। ਵੇਖੋ, ਇੱਕ ਪ੍ਰਾਣੀ ਹੈ, ਉਹ ਵੋਟਾਂ ਦੇ ਵਿੱਚ ਖੜਾ ਹੋਇਆ ਹੈ। ਮੈਂ ਉਦਾਹਰਨ ਦੇ ਲਈ ਕਹਿ ਰਿਹਾ, ਆਪ ਨੂੰ ਸਮਝ ਆ ਜੇ। ਉਹ ਵੋਟਾਂ ਦੇ ਵਿੱਚ ਖੜਾ ਹੋਇਆ ਹੈ। ਹੁਣ ਸਮਾਜ ਨੂੰ ਕਿਵੇਂ ਪਤਾ ਲੱਗੇਗਾ ਵੀ ਫਲਾਣਾ ਬੰਦਾ ਜਿਹੜਾ ਉਹ ਵੋਟਾਂ ਦੇ ਵਿੱਚ ਖੜਾ ਹੋਇਆ ਹੈ? ਕੁਝ ਬੰਦੇ ਉਹ ਚੁਣ ਲਵੇਗਾ, ਉਹ ਫਿਰ ਉਹਦਾ ਪ੍ਰਚਾਰ ਕਰਨਗੇ ਵੀ ਫਲਾਣਾ ਐਮਐਲਏ ਜਿਹੜਾ ਉਹ ਖੜਾ ਹੋਇਆ ਭਈ ਆਪਾਂ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾਣੀਆਂ ਨੇ। ਇਸ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਤੇ ਧੰਨ ਗੁਰੂ ਮਹਾਰਾਜ ਜੀ ਦੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਾਂ। ਇਹ ਹੁਣ ਵੇਖੋ ਕਿੱਡੀ ਵੱਡੀ ਸੇਵਾ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਨਾਲ ਕਿਸੇ ਨੂੰ ਜੋੜਦੇ ਹਾਂ, ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਕਿਸੇ ਨੂੰ ਮੱਤ ਦਿੰਦੇ ਹਾਂ, ਕਿਸੇ ਨੂੰ ਸਿੱਖਿਆ ਦਿੰਦੇ ਹਾਂ, ਇਹ ਅਸੀਂ ਗੁਰੂ ਮਹਾਰਾਜ ਜੀ ਦੇ ਪ੍ਰਚਾਰ ਦੀ ਸੇਵਾ ਕਰ ਰਹੇ ਹਾਂ, ਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਇਸ ਕਰਕੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਦੀ ਜਿਹੜੀ ਪਾਵਨ ਬਾਣੀ ਪੜ੍ਹਨੀ ਹੈ ਨਾ, ਪਹਿਲੋਂ ਆਪ ਪੜ੍ਹਾਂਗੇ, ਪੜ੍ਹਦਿਆਂ ਗੁਰਬਾਣੀ ਦੀਆਂ ਤੁਕਾਂ ਕੰਠ ਹੋ ਜਾਂਦੀਆਂ ਨੇ। ਫਿਰ ਕਿਤੇ ਗੱਲਬਾਤ ਚੱਲਦੀ ਹੋਵੇ ਤੇ ਉੱਥੇ ਫਿਰ ਆਪਾਂ ਗੁਰਬਾਣੀ ਦੀ ਤੁਕ ਪੜ੍ਹ ਕੇ ਅਗਲੇ ਨੂੰ ਸਮਝਾ ਦਿੰਦੇ, ਵੇਖ ਗੁਰੂ ਸਵਾਰਿਆ, ਗੁਰੂ ਨੇ ਆਪਾਂ ਨੂੰ ਆਹ ਮੱਤ ਦਿੱਤੀ ਏ। ਮੈਂ ਉਦਾਹਰਨ ਦੇ ਲਈ ਕਹਾਂ, ਜਿਵੇਂ ਗੁਰਬਾਣੀ ਦੇ ਅੰਦਰ ਲਿਖਿਆ, ਲੇਖਾ ਰੱਬ ਮਗੇਸ਼ੀਆ ਬੈਠਾ ਕੱਢ ਵਈ। ਹੁਣ ਕੋਈ ਗਲਤ ਕਰ ਰਿਹਾ ਹੈ ਤੇ ਆਪਾਂ ਉਹਨੂੰ ਆਖਾਂਗੇ, ਗੁਰੂ ਸਵਾਰਿਆ ਵੇਖ, ਰੱਬ ਨੂੰ ਲੇਖਾ ਦੇਣਾ ਪੈਣਾ। ਆਪਣਾ ਗੁਰੂ ਗ੍ਰੰਥ ਸਾਹਿਬ ਜੀ ਏ, ਤੇ ਉਹਨੇ ਆਪਾਂ ਨੂੰ ਇਹ ਆਖਿਆ, ਲੇਖਾ ਰੱਬ ਮਗੇਸ਼ੀਆ ਬੈਠਾ ਕੱਢ ਵਈ। ਹੁਣ ਇਹ ਆਪਾਂ ਗੁਰਬਾਣੀ ਜੇ ਪੜ੍ਹੀਏ ਤੇ ਫਿਰ ਹੀ ਤੁਕ ਯਾਦ ਹੋਈਏ ਨਾ, ਆਪੇ ਤਾਂ ਨਹੀਂ ਤੁਕ ਯਾਦ ਹੋਗੀ। ਸੋ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਤੇ ਬਾਣੀ ਪੜ੍ਹ ਕੇ ਕਿਸੇ ਨੂੰ ਦੱਸਣਾ, ਸਮਝਾਉਣਾ, ਇਹ ਗੁਰੂ ਦੀ ਸੇਵਾ ਹੈ। ਗੁਰ ਸੇਵ ਮਨਾ, ਹੇ ਮੇਰਿਆ ਮਨਾ, ਤੂੰ ਗੁਰੂ ਦੀ ਸੇਵਾ ਦੇ ਵਿੱਚ ਲੱਗਿਆ ਰਹੋ। ਹਰ ਜਨ ਸੰਗ ਕੀਜੇ, ਤੇ ਗੁਰਸਿੱਖ ਜਿਹੜੇ ਹਰੀ ਪਰਮਾਤਮਾ ਦਾ ਨਾਮ ਜਪਣ ਵਾਲੇ ਨੇ ਉਹਨਾਂ ਦੀ ਸੰਗਤ ਕਰ।
ਸੰਗਤ ਕਿਉਂ ਕਰਨੀ ਹੈ? ਕਿਉਂਕਿ ਸਾਨੂੰ ਸੰਗਤ ਦਾ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਵੇਂ ਗੁਰਬਾਣੀ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ, ਗੁਰੂ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ, ਇਵੇਂ ਸੰਗਤ ਦੇ ਵਿੱਚੋਂ ਵੀ ਸਾਨੂੰ ਇੱਕ ਦੂਜੇ ਤੋਂ ਬਹੁਤ ਕੁਝ ਮਿਲਦਾ ਹੈ ਜੀ। ਜਮ ਜੰਦਾਰ ਜੋਈ ਨਹੀਂ ਸਕੈ, ਸਰਪਨ ਡਸ ਨਾ ਸਕੈ, ਹਰ ਕਾ ਰਸ ਪੀਜੈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਤੂੰ ਗੁਰਬਾਣੀ ਪੜ੍ਹੇਗਾ ਨਾ, ਗੁਰਬਾਣੀ ਦੀ ਸੇਵਾ ਕਰੇਗਾ, ਗੁਰੂ ਮਹਾਰਾਜ ਜੀ ਦੇ ਲੜ ਦੇ ਨਾਲ ਜੁੜੇਗਾ ਤੇ ਗੁਰਸਿੱਖਾਂ ਦੀ ਸੰਗਤ ਕਰੇਗਾ, ਗੁਰੂ ਦੀ ਸੰਗਤ ਦੇ ਵਿੱਚ ਆਏਗਾ ਤੇ ਇਹਦਾ ਤੈਨੂੰ ਲਾਹਾ ਕੀ ਹੋਏਗਾ? ਜਮ ਜੰਦਾਰ। ਜਿਹੜੇ ਜੰਮ ਨੇ ਨਾ, ਇਹ ਜੰਦਾਰ ਨੇ। ਜੰਦਾਰ ਦਾ ਭਾਵ ਹੁੰਦਾ, ਜਿਵੇਂ ਵੇਖੋ ਜੰਦਾ ਨਹੀਂ ਲਾ ਦਿੰਦੇ ਆਪਾਂ ਕਿਸੇ ਕਮਰੇ ਨੂੰ ਤੇ ਉਹ ਫਿਰ ਖੋਲ੍ਹਣਾ ਬੜਾ ਔਖਾ ਹੋ ਜਾਂਦਾ ਹੈ। ਉਸੇ ਤਰ੍ਹਾਂ ਜਮਾਂ ਦੇ ਅਸੀਂ ਵਸ ਪੈ ਜੰਨੇ ਆ। ਜਮਾਂ ਨੇ ਜਿੰਦੇ ਲਾ ਦਿੱਤੇ ਨੇ ਸਾਨੂੰ, ਜੋਹੇ ਨਹੀਂ ਸਾਕੇ ਇਹ ਹੁਣ ਨਹੀਂ ਲੱਗਣਗੇ। ਜੰਮ ਜੰਦਾਰ, ਜਮਾਂ ਨੂੰ ਜੰਦਾਰ ਤਾਂ ਆਖਿਆ ਜਿੰਦਿਆਂ ਦੀ ਤਰ੍ਹਾਂ ਸਾਨੂੰ ਲੱਗ ਜਾਂਦੇ ਨੇ। ਜਿਵੇਂ ਕਿਸੇ ਕਮਰੇ ਨੂੰ ਜਿੰਦਾ ਲੱਗ ਗਿਆ ਹੋਵੇ ਨਾ, ਤੇ ਉਹ ਕਮਰੇ ਦਾ ਜਿੰਦਾ ਖੋਲ੍ਹੇ ਬਗੈਰ ਆਪਾਂ ਅੰਦਰ ਨਹੀਂ ਪ੍ਰਵੇਸ਼ ਕਰ ਸਕਦੇ ਤੇ ਨਾ ਹੀ ਅੰਦਰੋਂ ਬਾਹਰ ਨਿਕਲ ਸਕਦੇ ਹਾਂ। ਹੁਣ ਜਿੰਦੇ ਕੋਲ ਚਾਬੀ, ਉਹ ਜਿੰਦਾ ਖੋਲ੍ਹੇਗਾ ਤੇ ਫਿਰ ਹੀ ਬਾਹਰ ਨਿਕਲਾਂਗੇ ਨਾ। ਉਵੇਂ ਜਿਵੇਂ ਲੇਖਾ ਦੇਣ ਰੂਪੀ ਜਿਹੜਾ ਜਿੰਦਾ ਹੈ ਨਾ, ਉਹ ਇਹ ਜੰਮ ਲਾ ਦਿੰਦੇ ਜੇ। ਜਦੋਂ ਇਹ ਜੰਮ ਉਹ ਲੇਖਾ ਰੂਪ ਜਿੰਦਾ ਲਾ ਦਿੰਦੇ ਨੇ ਤੇ ਫਿਰ ਜਦੋਂ ਤੱਕ ਉਹ ਖੁੱਲ੍ਹਦਾ ਨਹੀਂ, ਭਾਵ ਜਦੋਂ ਤੱਕ ਲੇਖਾ ਪੂਰਾ ਨਹੀਂ ਹੁੰਦਾ, ਅਸੀਂ ਇਹਨਾਂ ਦੀ ਕੈਦ ਦੇ ਵਿੱਚੋਂ ਨਹੀਂ ਜੇ ਛੁੱਟ ਸਕਦੇ। ਜੰਮ ਜੰਦਾਰ ਜੋਹੇ ਨਹੀਂ ਸਾਕੇ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ, ਗੁਰਬਾਣੀ ਦੇ ਨਾਲ ਜੁੜਾਂਗੇ, ਗੁਰਬਾਣੀ ਪੜ੍ਹਾ ਸੁਣਾ ਵਿਚਾਰਾਂਗੇ ਤੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਦੀ ਸੰਗਤ ਕਰਾਂਗੇ ਤੇ ਫਿਰ ਜਮਾਂ ਦੇ ਇਸ ਜਿੰਦਰੇ ਤੋਂ ਅਸੀਂ ਬਚੇ ਰਵਾਂਗੇ। ਜਮਾਂ ਦੀ ਕੈਦ ਤੋਂ, ਜਮਾਂ ਦੀ ਮਾਰ ਤੋਂ ਅਸੀਂ ਬਚੇ ਰਵਾਂਗੇ। ਜੰਦਾਰ ਦੇ ਕਈ ਅਰਥ ਕਰਦੇ ਨੇ, ਕਈ ਅਰਥ ਕਰਦੇ ਨੇ ਸਜ਼ਾ, ਕਈ ਅਰਥ ਕਰਦੇ ਨੇ ਜੰਮ ਜੰਦਾਰ ਵੀ। ਜੰਮ ਜੁੰਡਲੀ ਹੈ ਨਾ ਜਿਹੜੀ, ਇਹ ਪਕੜ ਲੈਂਦੀ। ਜੋਹੇ ਨਹੀਂ ਸਾਕੇ, ਇਹ ਸਾਨੂੰ ਨੇੜੇ ਵੀ ਨਹੀਂ ਲੱਗ ਸਕਣਗੇ। ਜੋਹੇ ਦਾ ਅਰਥ ਹੁੰਦਾ ਛੂਹਣਾ, ਸਪਰਸ਼ ਕਰਨਾ। ਇਹ ਸਾਨੂੰ ਨੇੜੇ ਵੀ, ਸਾਡੇ ਨੇੜੇ ਵੀ ਨਹੀਂ ਲੱਗ ਸਕਣਗੇ। ਸਰਪਣ ਡਸ ਨਾ ਸਕੇ। ਤੇ ਦੂਜੀ ਗੱਲ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਰਪਣ। ਹੁਣ ਸਰਪਣ ਦਾ ਅਰਥ ਹੁੰਦਾ ਸਪਣੀ। ਸਪਣੀ ਕੀ ਏ? ਮਾਇਆ, ਮੋਹ, ਵਕਾਰ, ਬੁਰਾਈਆਂ, ਇਹ ਸਾਰੇ ਸੱਪ ਹੀ ਨੇ। ਸਰਪਣ ਡਸ ਨਹੀਂ ਸਕੈ। ਜਦੋਂ ਅਸੀਂ ਸੰਗਤ ਦੇ ਵਿੱਚ ਰਵਾਂਗੇ ਤੇ ਫਿਰ ਮੋਹ ਰੂਪੀ ਜਾਂ ਮਾਇਆ ਰੂਪੀ ਜਿਹੜੀ ਸਪਣੀ ਹੈ ਨਾ, ਇਹ ਵੀ ਸਾਨੂੰ ਡੰਗ ਨਹੀਂ ਮਾਰੇਗੀ। ਹਰ ਕਾ ਰਸ ਪੀਜੇ, ਫਿਰ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਪੀਵਾਂਗੇ। ਉਹ ਦਾਸ ਨੇ ਪਹਿਲੋਂ ਦੱਸ ਦਿੱਤਾ ਸੀ ਪ੍ਰਾਰੰਭਤਾ ਦੇ ਵਿੱਚ, ਅਸੀਂ ਪਰਮਾਤਮਾ ਦੇ ਨਾਮ ਰਸ ਨੂੰ ਕਿਵੇਂ ਪੀਂਦੇ ਆ। ਇਹ 5 ਰਸ ਨੇ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਇਸ ਪਾਸੇ ਆ ਜਾਵਾਂ। 5 ਰਸ ਨੇ, ਅੱਖਾਂ ਦਾ, ਕੰਨਾਂ ਦਾ, ਜ਼ੁਬਾਨ ਦਾ, ਨੱਕ ਦਾ ਤੇ ਸਾਡੀ ਚਮੜੀ ਦਾ। ਇਹ 5 ਰਸ ਸਾਨੂੰ ਬਾਹਰੋਂ ਪ੍ਰਾਪਤ ਹੁੰਦੇ ਨੇ। ਜਦੋਂ ਬਾਹਰੋਂ ਪ੍ਰਾਪਤ ਹੁੰਦੇ ਨੇ ਤੇ ਮਨ ਫਿਰ ਬਾਹਰ ਲੱਗਿਆ ਰਹਿੰਦਾ ਹੈ। ਜਦੋਂ ਨਾਮ ਦੇ ਨਾਲ ਅੰਦਰੋਂ ਪ੍ਰਾਪਤ ਹੋਣ ਲੱਗ ਜਾਂਦੇ ਨੇ ਨਾ, ਤੇ ਫਿਰ ਮਨ ਜਿਹੜਾ ਬਾਹਰ ਦੇ ਰਸਾਂ ਦੇ ਨਾਲ ਨਹੀਂ ਲੱਗਦਾ। ਹਰ ਕਾ ਰਸ ਪੀਜੇ, ਇਸ ਤਰ੍ਹਾਂ ਅੰਦਰੋਂ ਨਾਮ ਦੀ ਪ੍ਰਾਪਤੀ ਕਰਕੇ ਨਾਮ ਦੇ ਨਾਲ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ। ਨਾਮ ਰਸ ਨੂੰ ਪ੍ਰਾਪਤ ਕਰ ਲਈਦਾ ਹੈ ਜੀ। ਰਹਾਉ ਬਾਦ ਪੜੈ ਰਾਗੀ ਜਗ ਭੀਜੈ। ਅੱਗੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਵਿਸ਼ਰਾਮ ਲਾ ਕੇ ਸਾਨੂੰ ਦੱਸਦੇ ਨੇ, ਵਾਦ ਪੜੈ। ਪੜ੍ਹੇ ਦਾ ਅਰਥ ਹੁੰਦਾ ਪੜ੍ਹਨਾ, ਤੇ ਵਾਦ ਦਾ ਅਰਥ ਹੁੰਦਾ ਲੜਾਈ, ਰਾਗੀ ਦਾ ਅਰਥ ਹੁੰਦਾ ਹੈ ਪ੍ਰੇਮ, ਤੇ ਜਗ ਸੰਸਾਰ ਨੂੰ ਆਖਿਆ ਭੀਜੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਪੜ੍ਹਾਈਆਂ ਵੀ ਕਰ ਲੈਂਦੇ ਆ। ਪੜ੍ਹਾਈਆਂ ਕਿਹੜੀਆਂ ਕਰਦੇ ਆ? ਵਾਦ ਲੜਨ ਵਾਸਤੇ। ਵਾਦ ਪੜ੍ਹੈ ਰਾਗੀ ਜਗ ਭੀਜੇ। ਅਸੀਂ ਜਿਹੜਾ ਪੜ੍ਹਦੇ ਆ ਨਾ, ਗੁਰਬਾਣੀ ਦੇ ਅੰਦਰ ਵੇਦਿਆ ਨੂੰ ਬੜਾ ਗੁਰੂ ਮਹਾਰਾਜ ਜੀ ਨੇ, ਸੱਚੇ ਸਤਿਗੁਰੂ ਨੇ ਸਤਿਕਾਰ ਦਿੱਤਾ। ਸਾਨੂੰ ਪੜ੍ਹਨਾ ਚਾਹੀਦਾ ਹੈ। ਪੜ੍ਹਨਾ ਕਾਹਦੇ ਵਾਸਤੇ ਚਾਹੀਦਾ? ਗਿਆਨ ਵਾਸਤੇ, ਸੋਝੀ ਵਾਸਤੇ। ਸਾਨੂੰ ਗਿਆਨ ਆਵੇ ਤੇ ਸਾਨੂੰ ਸੋਝੀ ਆਵੇ। ਅਸੀਂ ਕਿਸੇ ਦੇ ਨਾਲ ਲੜਨ ਵਾਸਤੇ ਨਹੀਂ ਪੜ੍ਹਨਾ, ਕਿਸੇ ਨੂੰ ਮਾਤ ਦੇਣ ਵਾਸਤੇ ਨਹੀਂ ਪੜ੍ਹਨਾ ਹੁੰਦਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰੂ, ਵਾਦ ਪੜ੍ਹੇ। ਪੜ੍ਹਦੇ ਤਾਂ ਹੈਗੇ ਆ, ਪਰ ਵਾਦ ਲੜਾਈ ਕਰ ਲੈਂਦੇ ਆ। ਰਾਗੀ ਜਗ ਭੀਜੇ, ਤੇ ਉਹ ਲੜਦੇ ਕਾਹਦੇ ਵਾਸਤੇ ਆ? ਵੀ ਸੰਸਾਰ ਹੈ ਨਾ ਜਿਹੜਾ, ਰਾਗੀ ਮਨ ਨਾਲ ਪ੍ਰੇਮ ਕਰਨਾ, ਜਗ ਸੰਸਾਰ ਭੀਜੇ। ਲੋਕੀ ਨੇ ਜਿਹੜੇ ਉਹ ਸਾਡੇ ਤੇ ਭਿੱਜ ਜਾਣ। ਅਸੀਂ ਲੋਕਾਂ ਨੂੰ ਮਗਰ ਲਾਉਣ ਦੇ ਮਾਰੇ ਪੜ੍ਹਦੇ ਆ। ਅਧਿਆਤਮਿਕ ਅੰਦਰ ਆਨੰਦ ਲੈਣ ਵਾਸਤੇ, ਅੰਦਰ ਸਕੂਨ ਤੇ ਗਿਆਨ ਦੀ ਪ੍ਰਾਪਤੀ ਵਾਸਤੇ ਨਹੀਂ ਪੜ੍ਹਦੇ। ਮੈਨੂੰ ਸਮਝਾਣਾ ਨਹੀਂ ਆ ਰਿਹਾ ਸ਼ਾਇਦ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਵਾਦ, ਵਾਦ ਦਾ ਅਰਥ ਹੁੰਦਾ ਲੜਾਈ, ਪੜ੍ਹੇ ਦਾ ਅਰਥ ਹੁੰਦਾ ਪੜ੍ਹਨਾ, ਰਾਗੀ ਦਾ ਅਰਥ ਰਾਗ ਤੋਂ ਪੈਦਾ ਹੋਇਆ, ਰਾਗ ਦਾ ਅਰਥ ਹੁੰਦਾ ਪ੍ਰੇਮ,
ਜਗ ਜਗ ਸੰਸਾਰ ਨੂੰ ਆਖਿਆ, ਤੇ ਭੀਜੇ ਦਾ ਅਰਥ ਹੁੰਦਾ ਭਿੱਜ ਜਾਣਾ। ਕਈ ਵਾਰੀ ਅਸੀਂ ਜਿਹੜਾ ਪੜ੍ਹਦੇ ਆ ਨਾ, ਉਹ ਇਸ ਵਾਸਤੇ ਹੀ ਪੜ੍ਹਦੇ ਆ ਵੀ ਲੋਕੀ ਇਹ ਆਖਣੇ ਬੜਾ ਵੱਡਾ ਵਿਦਵਾਨ ਹੋ ਗਿਆ, ਸੰਸਾਰ ਭਿੱਜ ਜਾਵੇ ਤੇ ਸਾਡੇ ਮਗਰ ਲੱਗ ਜਾਵੇ, ਲੋਕੀ ਜਿਹੜੇ ਨੇ ਉਹ ਸਾਡੇ ਤੇ ਭਿੱਜ ਜਾਣ ਵੀ ਇਹ ਬੜਾ ਵਿਦਵਾਨ ਹੋ ਗਿਆ। ਪਰ ਅੰਦਰ ਸਾਡੇ ਵਾਦ ਹੈ। ਅੰਦਰ ਕੀ ਹੈ? ਵਾਦ। ਇਹ ਇੱਕ ਬੜੀ ਬੁਰੀਆਈ ਹੈ। ਜੇ ਮਨੁੱਖ ਦੇ ਅੰਦਰ ਵਾਦ ਨਾ ਹੋਵੇ, ਇਹ ਵਿਦਵਾਨ ਹੋਵੇ ਤੇ ਫਿਰ ਸਤਿਕਾਰਯੋਗ ਹੈ। ਜੇ ਅੰਦਰ ਵਾਦ ਵਿਵਾਦ ਖੜਾ ਹੋ ਗਿਆ ਤੇ ਫਿਰ ਇਹ ਸਤਿਕਾਰਯੋਗ ਨਹੀਂ ਹੈਗਾ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਜਿੱਥੇ ਦੱਸਿਆ ਨਾ ਵੀ ਜਿੱਦ ਦੇ ਨਾਲ ਇੰਦਰੀਆਂ ਨੂੰ ਰੋਕਣਾ, ਵਰਤ ਆਦਿ ਕਰਨੇ, ਤੇ ਉੱਥੇ ਗੁਰੂ ਮਹਾਰਾਜ ਜੀ ਨੇ ਇਹ ਵੀ ਕਿਰਪਾ ਕੀਤੀ ਹੈ, ਸਾਨੂੰ ਇਹ ਵੀ ਦੱਸਿਆ ਵੀ ਅਸੀਂ ਪੜ੍ਹਨਾ ਜ਼ਰੂਰ ਹੈ, ਵਿਦਿਆ ਜ਼ਰੂਰ ਪ੍ਰਾਪਤ ਕਰਨੀ ਹੈ। ਕਿਉਂਕਿ ਵਿਦਿਆ ਪ੍ਰਾਪਤ ਕਰਾਂਗੇ ਤੇ ਫਿਰ ਬਾਣੀ ਪੜ੍ਹਾਂਗੇ ਨਾ, ਫਿਰ ਬਾਣੀ ਨੂੰ ਸਿੱਖਾਂਗੇ। ਪਰ ਇਸ ਵਾਸਤੇ ਨਹੀਂ ਪੜ੍ਹਨਾ ਕਿ ਲੋਕਾਂ ਨੂੰ ਅਸੀਂ ਮਗਰ ਲਾ ਲਈਏ ਜੀ। ਤ੍ਰੈ ਗੁਣ ਵਿਖਿਆ ਜਨਮ ਮਰੀਜੈ। ਹੁਣ ਅੱਗੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਤ੍ਰੈ ਗੁਣ, ਤਿੰਨ ਗੁਣ ਨੇ। ਵਿਖਿਆ ਇਹ ਵਕਾਰ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਹੈ। ਇਹ ਤਿੰਨੇ ਗੁਣ ਨੇ ਨਾ ਜਿਹੜੇ, ਇਹ ਤਿੰਨੇ ਗੁਣ ਵਕਾਰ ਨੇ। ਇਹਨਾਂ ਨੂੰ ਮੈਂ ਕਈ ਵਾਰੀ ਥੋੜਾ ਖੋਲਣ ਦਾ ਯਤਨ ਕੀਤਾ। ਰਜੋ ਗੁਣ ਜਿਹੜਾ ਨਾ, ਇਹ ਰਾਜਸੀ ਮਤ ਆ ਜਾਂਦੀ ਹੈ। ਰਾਜਸੀ ਮਤ ਤੋਂ ਭਾਵ ਰਾਜਨੀਤੀ, ਇਹਨੂੰ ਝੂਠ ਮੰਨਿਆ ਗਿਆ ਹੈ। ਰਾਜਨੀਤੀ ਦਾ ਸਹਾਰਾ ਲੈਣਾ, ਰਜੋ ਨੀਤੀ ਦਾ ਸਹਾਰਾ ਲੈਣਾ, ਇਹ ਰਾਜਸੀ ਗੁਣ ਹੈ। ਤਮੋ, ਇਹਦੇ ਵਿੱਚ ਕਾਮ ਕ੍ਰੋਧ ਬੁਰਾਈਆਂ ਆ ਜਾਂਦੀਆਂ ਨੇ। ਤਾਮਸੀ ਬਿਰਤੀ ਭਾਵ ਜਿੰਦੇ ਵਿੱਚ ਮਨੁੱਖ ਨੂੰ ਕਦੇ ਸਬਰ ਹੀ ਨਾ ਆਵੇ, ਸੰਤੋਖ ਹੀ ਨਾ ਆਵੇ। ਇਸ ਤਰ੍ਹਾਂ ਸਤੋ ਗੁਣ ਜਿਹੜਾ, ਇਹ ਸਾਹਸੀ ਭਾਵ ਆਪ ਦੀ ਗੱਲ ਨੂੰ ਹੀ ਮੁੱਖ ਰੱਖਣਾ, ਦੂਜੇ ਦੀ ਗੱਲ ਨੂੰ ਨਾ ਮੰਨਣਾ। ਤ੍ਰੈ ਗੁਣ ਵਿਖਿਆ ਜਨਮ ਮਰੀਜੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਵਿਖਿਆ ਜ਼ਹਿਰ ਹੈ। ਜੇ ਮਨੁੱਖ ਦੇ ਅੰਦਰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਕੋਈ ਵੀ ਇੱਕ ਗੁਣ ਹੈ ਤੇ ਉਹ ਜੰਮਦਾ ਮਰਦਾ ਰਹੇਗਾ ਜੀ। ਰਾਮ ਨਾਮ ਬਿਨ ਦੁਖ ਸਹੀਜੈ। ਹਾਂ, ਜੇ ਅਸੀਂ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹਾਂ ਤੇ ਫਿਰ ਭਾਈ ਸੁਖ ਨੇ ਰਾਮ ਨਾਮ ਬਿਨਾ ਵਾਹਿਗੁਰੂ ਦੇ ਨਾਮ ਜਪੇ ਤੋਂ, ਬਿਨਾ ਨਾਮ ਅਭਿਆਸ ਕੀਤੇ ਤੋਂ ਦੁੱਖ ਸਹੀਜੇ। ਫਿਰ ਦੁੱਖ ਹੀ ਸਾਨੂੰ ਸਹਾਰਨੇ ਪੈਂਦੇ ਨੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ। ਜਿਸ ਤਰ੍ਹਾਂ ਦਾ ਮਨੁੱਖ ਕਰਮ ਕਰ ਲਵੇਗਾ, ਉਸ ਤਰ੍ਹਾਂ ਦਾ ਉਹਨੂੰ ਦੁੱਖ ਦੀ ਪ੍ਰਾਪਤੀ ਹੋ ਜਾਵੇਗੀ। ਤੇ ਪ੍ਰਾਪਤੀ ਦੁੱਖ ਦੀ ਜਿਹੜੀ ਹੈ ਤਾਂ ਹੋਏਗੀ ਰਾਮ ਨਾਮ ਬਿਨ। ਜੇ ਅਸੀਂ ਪਰਮਾਤਮਾ ਦੇ ਨਾਮ ਤੋਂ ਬਿਨਾ ਹਾਂ, ਨਾਮ ਤੋਂ ਸਖਣੇ ਹਾਂ ਜੀ। ਚਾੜਸ ਪਵਨ ਸਿੰਘਾਸਨ ਪੀਜੈ। ਇਹ ਨਾ ਇੱਕ ਕਿਰਿਆ ਹੈ। ਚਾੜਸ ਦਾ ਅਰਥ ਹੁੰਦਾ ਚੜਾਉਣਾ ਤੇ ਪਵਨ ਦਾ ਅਰਥ ਹੈ ਸੁਵਾਸ। ਇੱਕ ਕਿਰਿਆ ਹੁੰਦੀ ਹੈ, ਇਹਨੂੰ ਕਹਿੰਦੇ ਨੇ ਕੁੰਭ, ਰੇਚਕ ਤੇ ਪੂਰਕ। ਅੰਦਰ ਸਵਾਸ ਲੈਣਾ, ਅੰਦਰੋਂ ਸਵਾਸ ਨੂੰ ਫਿਰ ਰੋਕ ਲੈਣਾ, ਕੁੰਭ ਹੋ ਗਿਆ। ਫਿਰ ਉਸ ਸਵਾਸ ਨੂੰ ਬਾਹਰ ਕੱਢਣਾ। ਇਹ ਥੋੜਾ ਜਿਹਾ ਮੈਂ ਦੱਸਣ ਦਾ ਯਤਨ ਕਰਾਂਗਾ, ਪਰ ਆਪਾਂ ਇਸ ਤਰ੍ਹਾਂ ਕਰਨਾ ਨਹੀਂ ਹੈਗਾ। ਕੇਵਲ ਗਿਆਨ ਵਾਸਤੇ ਹੀ ਇਹਨੂੰ ਆਪਾਂ ਸਮਝਣਾ ਤੇ ਸਮਝਾਉਣਾ ਹੈ। ਜਦੋਂ ਸਵਾਸ ਅੰਦਰ ਲੈਣਾ, ਉਹਦੇ ਵਿੱਚ ਸਮਾਂ ਲੈਣਾ ਹੈ। ਕਿੰਨਾ ਸਮਾਂ ਲੈਣਾ ਹੈ? 12 ਵਾਰੀ ਉਹਦੇ ਵਿੱਚ ਇਹ ਰਾਮ ਆਖਦੇ ਨੇ। ਜੋਗੀ ਲੋਕ ਜਦੋਂ ਸਵਾਸ ਅੰਦਰ ਕਰਦੇ ਨੇ, ਉਦੋਂ 12 ਵਾਰੀ ਰਾਮ ਆਖਦੇ ਨੇ। ਜਦੋਂ ਤੱਕ 12 ਵਾਰੀ ਰਾਮ ਨਾ ਆਖਿਆ ਜਾਵੇ ਤੇ ਉਹ ਇਹ ਕਹਿੰਦੇ ਨੇ ਪੂਰਕ ਨਹੀਂ ਬਣਿਆ। ਇਸੇ ਤਰ੍ਹਾਂ ਜਦੋਂ ਅੰਦਰ ਸਵਾਸ ਗਿਆ ਚਲਾ, ਉਹਨੂੰ ਸਵਾਸ ਨੂੰ ਫਿਰ ਰੋਕ ਲੈਣਾ ਤੇ ਫਿਰ 24 ਵਾਰੀ ਰਾਮ ਆਖਣਾ। ਇਹ ਕੁੰਭਕ ਹੋ ਗਿਆ। ਫਿਰ ਬਾਹਰ ਜਦੋਂ ਕੱਢਣਾ, ਉਦੋਂ 16 ਵਾਰੀ ਰਾਮ ਆਖ ਕੇ ਇਤਨਾ ਸਮਾਂ ਨਾ ਜਿਹੜਾ ਉਹ ਸਵਾਸ ਲੈਣ ਤੇ ਕੱਢਣ ਤੇ ਅੰਦਰ ਰੋਕਣ ਤੇ ਰੱਖਣਾ। ਮੇਰੇ ਖਿਆਲ ਗੱਲ ਸਮਝ ਆ ਗਈ ਹੋਣੀ ਹੈ। ਜਦੋਂ ਸਵਾਸ ਲੈਣਾ ਹੈ, ਉਹਦੇ ਵਿੱਚ ਇਤਨਾ ਸਮਾਂ ਲਾਣਾ ਹੈ ਕਿ 12 ਵਾਰੀ ਰਾਮ ਆਖਿਆ ਜਾਵੇ। ਸਵਾਸ ਅੰਦਰ ਜਦੋਂ ਰੋਕਣਾ ਹੈ, ਉਹਦੇ ਵਿੱਚ ਇਤਨਾ ਸਮਾਂ ਲਾਣਾ ਹੈ ਕਿ 24 ਵਾਰੀ ਰਾਮ ਆਖਿਆ ਜਾਵੇ। ਸਵਾਸ ਜਦੋਂ ਬਾਹਰ ਕੱਢਣਾ ਹੈ, ਉਹਦੇ ਵਿੱਚ ਇਤਨਾ ਸਮਾਂ ਲਾਣਾ ਹੈ ਕਿ 16 ਵਾਰੀ ਰਾਮ ਆਖਿਆ ਜਾਵੇ। ਇਹਨੂੰ ਆਖਦੇ ਨੇ ਰੇਚਕ, ਕੁੰਭਕ ਤੇ ਪੂਰਕ। ਇਸ ਤਰ੍ਹਾਂ ਦੀ ਕਿਰਿਆ ਕਰਦਿਆਂ ਫਿਰ ਹੌਲੀ ਹੌਲੀ ਅੱਗੇ ਜਾਚ ਆ ਜਾਂਦੀ ਹੈ। ਜਿਹੜੇ ਸਵਾਸ ਨੇ ਉਹਨਾਂ ਨੂੰ ਅੰਦਰ ਸਰੀਰ ਦੇ ਵਿੱਚ ਹੀ ਰੋਕ ਲੈਂਦੇ ਨੇ। ਚਾੜਸ ਪਵਨ ਸਗਾਸਨ ਭੀਜੇ। ਗੁਰੂ ਮਹਾਰਾਜ ਜੀ ਉਹਨੇ ਇੱਥੇ ਕਹਿੰਦੇ ਨੇ ਭਈ ਇਸ ਤਰ੍ਹਾਂ ਸਵਾਸਾਂ ਨੂੰ ਰੋਕ ਕਰਕੇ ਤੇ ਦਸਮ ਦਵਾਰ ਦੇ ਵਿੱਚ ਚੜਾ ਕਰਕੇ ਜਿਹੜਾ ਇਸ ਪਾਸੇ ਮਨ ਨੂੰ ਭਿਉਂ ਕੇ ਰੱਖਦਾ ਹੈ ਜੀ। ਨੌਲੀ ਕਰਮ ਖਟ ਕਰਮ ਕਰੀਜੈ। ਇਹਨਾਂ ਨਿਉਲੀ ਕਰਮੇ ਨੇਤੀ ਧੋਤੀ ਹੁੰਦੀ ਏ। ਜਿਵੇਂ ਇੱਕ ਵਧੀਆ ਮੁਲਾਇਮ
ਧਾਗਾ ਲੈ ਲਿਆ, ਉਹਨੂੰ ਨੱਕ ਦੀ ਇੱਕ ਨਾਸ ਦੇ ਵਿੱਚੋਂ ਪਾ ਕੇ ਤੇ ਦੂਸਰੀ ਨਾਸ ਦੇ ਵਿੱਚ ਦੀ ਕੱਢ ਕੇ ਤੇ ਹੌਲੀ ਹੌਲੀ ਇਸ ਤਰ੍ਹਾਂ ਹਿਲਾਇਆ। ਹੌਲੀ ਹੌਲੀ ਇਸ ਤਰ੍ਹਾਂ ਹਿਲਾਉਂਦਿਆਂ ਨੱਕ ਦੀ ਸਫਾਈ ਹੋ ਗਈ। ਇਸ ਤਰ੍ਹਾਂ ਇੱਕ ਬੜਾ ਮੁਲਾਇਮ ਕੱਪੜਾ ਲੈ ਕੇ ਉਹਨੂੰ ਆਪਣੇ ਸੰਘ ਦੇ ਵਿੱਚ ਦੀ ਪੇਟ ਦੇ ਵਿੱਚ ਪਾ ਲਿਆ ਤੇ ਪੇਟ ਦੀ ਸਫਾਈ ਕਰ ਲਈ। ਇਹ ਨਿਉਲੀ ਕਰਮ ਹੈ। ਨਿਉਲੀ ਕਰਮ, ਇਹਨੂੰ ਨਿਉਲੀ ਕਰਮ ਆਖਿਆ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਾਵੇਂ ਨਿਉਲੀ ਕਰਮ ਵੀ ਕਰ ਲਵੇ, ਖੱਟ ਕਰਮ ਕਰੀਜੇ ਤੇ 6 ਕਰਮ ਨੇ ਜਿਹੜੇ ਉਹ ਇਹ ਮੰਨੇ ਗਏ ਨੇ। ਵਿਦਿਆ ਪੜ੍ਹਨੀ ਤੇ ਪੜਾਉਣੀ 2 ਹੋ ਗਏ, ਦਾਨ ਦੇਣਾ ਤੇ ਲੈਣਾ 4 ਹੋ ਗਏ, ਜਗ ਕਰਨਾ ਤੇ ਕਰਾਉਣਾ ਇਹ 6 ਹੋ ਗਏ ਨੇ। ਖੱਟ ਕਰਮ ਕਰੀਜੇ ਇਹ 6 ਕਰਮ ਵੀ ਕਰਦਾ ਹੋਵੇ ਤੇ ਨੇਤੀ ਧੋਤੀ ਹੈ ਜਿਹੜੀ ਭਾਵ ਨਿਉਲੀ ਕਰਮ ਹੈ ਜਿਹੜਾ ਇਹ ਵੀ ਕਰਦਾ ਹੋਵੇ ਜੀ। ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਪ੍ਰਭੂ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿੰਨੇ ਵੀ ਇਹ ਹੁਣ ਸਵਾਸ ਨੇ ਨਾ, ਇਹ ਸਾਰੇ ਵਿਅਰਥ ਦੇ ਵਿੱਚ ਚਲੇ ਜਾਣਗੇ। ਝਾੜਸ ਪਵਨ ਸਗਾਸਨ ਭੀਜੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਾਵੇਂ ਦਸਮ ਦਵਾਰ ਦੇ ਵਿੱਚ ਸਵਾਸ ਚੜਾ ਕੇ ਤੇ ਸਗਾਸਨ ਦੇ ਵਿੱਚ ਬੈਠਾ ਰਿਹਾ ਹੋਵੇ, ਮਨ ਫਿਰ ਵੀ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਨਹੀਂ ਜੇ ਭੇਜਦਾ। ਨਿਉਲੀ ਨੇਤੀ ਧੋਤੀ ਕਰਮ ਨੇ ਜਿਹੜੇ ਉਹ ਵੀ ਕਰਦਾ ਹੋਵੇ, ਬਾਕੀ 6 ਕਰਮ ਵੀ ਕਰਦਾ ਹੋਵੇ। ਰਾਮ ਨਾਮ ਬਿਨ ਜੇ ਉਹ ਨਾਮ ਦਾ ਅਭਿਆਸ ਨਹੀਂ ਜੇ ਕਰਦਾ, ਬਿਰਥਾ ਸਾਸ ਲੀਜੇ ਤੇ ਉਹਦਾ ਹਰ ਇੱਕ ਸਵਾਸ ਜਿਹੜਾ ਲਿਆ ਗਿਆ ਹੈ ਨਾ, ਉਹ ਵਿਅਰਥ ਦੇ ਵਿੱਚ ਜਾਂਦਾ ਹੈ ਜੀ। ਅੰਤਰ ਪੰਚ ਅਗਨ ਕਿਉ ਧੀਰਜ ਤੀਜੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਕੋਈ ਆਖੇ ਨਾ ਮੈਂ ਬੜੇ ਧੀਰਜ ਦੇ ਵਿੱਚ ਰਹਿਣਾ ਤੇ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਅੰਦਰ 5 ਪ੍ਰਕਾਰ ਦੀ ਅੱਗ ਹੈ। ਅੰਤਰ ਪੰਚ ਅੱਗ, ਇਹ 5 ਅੱਗ ਦੇ ਜੇ ਰੂਪ ਨੇ ਜਿਹੜੇ ਜਦੋਂ ਤੱਕ ਇਹ ਅੰਦਰ ਨੇ ਉਦੋਂ ਤੱਕ ਮਨੁੱਖ ਦੇ ਅੰਦਰ ਇਹ ਧੀਰਜ ਨਹੀਂ ਆਉਣ ਦਿੰਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਅੱਗ ਹੈ। ਇਹ 5 ਅੱਗ, 5 ਪ੍ਰਕਾਰ ਦੀ ਅੱਗ ਮਨੁੱਖ ਦੇ ਅੰਦਰ ਹੈ। ਕਿਉਂ ਧੀਰਜ ਧੀਜੈ ਤੇ ਫਿਰ ਇਹ 5 ਪ੍ਰਕਾਰ ਦੀ ਜਦੋਂ ਅੰਦਰ ਅੱਗ ਮਚ ਰਹੀ ਹੈ ਤੇ ਫਿਰ ਮਨੁੱਖ ਨੂੰ ਦੱਸੋ ਕਿਵੇਂ ਧੀਰਜ ਆਉਂਦਾ ਹੈ ਜੀ। ਅੰਤਰ ਚੋਰ ਕਿਉ ਸਾਧ ਲਹੀਜੈ। ਤੇ ਜਦੋਂ ਸਾਡੇ ਅੰਦਰ ਚੋਰ ਬੈਠਾ ਤੇ ਫਿਰ ਅੰਦਰੋਂ ਨਾਮ ਦਾ ਜਿਹੜਾ ਸਵਾਦ ਇਹਨੇ ਇੱਥੇ ਸਾਧ ਦਾ ਅਰਥ ਸਵਾਦ ਹੈ, ਸਾਧ ਲੀਜੇ। ਫਿਰ ਅੰਦਰੋਂ ਕਿਵੇਂ ਅਸੀਂ ਸਵਾਦ ਲੈ ਸਕਦੇ ਹਾਂ ਨਾਮ ਦਾ? ਨਾਮ ਦਾ ਸਵਾਦ ਹੈ ਜਿਹੜਾ ਉਦੋਂ ਹੀ ਆਏਗਾ ਜਦੋਂ ਸਾਡੇ ਅੰਦਰ ਦੇ ਇਹ 5 ਚੋਰ ਨੇ ਜਿਹੜੇ ਇਹ ਖਤਮ ਹੋ ਜਾਣਗੇ। ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ। ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਸਾਨੂੰ ਇਹ 4ਥੀ ਪੌੜੀ ਦੇ ਵਿੱਚ ਇਸ ਤਰ੍ਹਾਂ ਦੱਸਿਆ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ 4 ਨਦੀਆਂ ਨੇ, ਇਹ ਅੱਗ ਦੀਆਂ 4 ਨਦੀਆਂ ਨੇ। ਕਿਹੜੀ? ਹੰਸ। ਹੰਸ ਦਾ ਅਰਥ ਹੁੰਦਾ ਹੰਗਤਾ। ਹੰਸ ਹੇਤ, ਹੇਤ ਦਾ ਅਰਥ ਹੁੰਦਾ ਮੋਹ ਪਿਆਰ। ਹੰਸ ਹੇਤ ਲੋਭ, ਲੋਭ ਦਾ ਅਰਥ ਹੁੰਦਾ ਲਾਲਚ। ਕੋਪ ਦਾ ਅਰਥ ਹੈ ਕ੍ਰੋਧ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦਜੈ ਨਾਨਕਾ ਤਰੀਏ ਕਰਮੀ ਲੱਗ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਚੰਗੇ ਕਰਮ ਕਰਾਂਗੇ ਨਾ ਨਾਮ ਜਪਣ ਵਾਲੇ, ਫਿਰ ਇਹਨਾਂ 4 ਨਦੀਆਂ ਨੂੰ ਤਰਿਆ ਜਾ ਸਕਦਾ ਹੈ। ਤੇ ਨਹੀਂ ਤਾਂ ਭਾਈ ਇਹ 4 ਨਦੀਆਂ ਨੇ ਜਿਹੜੀਆਂ ਤਰਨੀਆਂ ਬੜੀਆਂ ਔਖੀਆਂ ਨੇ। ਤੇ ਇੱਥੇ 5ਵੀਂ ਜਿਹੜੀ ਉਹ ਤ੍ਰਿਸ਼ਨਾ ਦੀ ਅੱਗ ਹੈ, ਤ੍ਰਿਸ਼ਨਾ ਦੀ ਨਦੀ, ਉਹ ਵੀ ਨਾਲ ਜੋੜ ਲਈਏ। ਅੰਤਰ ਚੋਰ ਕਿਉਂ ਸਾਧ ਲਈਜੇ। ਤੇ ਹੁਣ ਅੰਦਰ ਚੋਰ ਬੈਠੇ ਨੇ, ਜਿਹੜੇ 5 ਚੋਰ ਬਾਹਰ ਨੇ ਨਾ, ਬਾਹਰੋਂ ਸਵਾਦ ਲੈਂਦੇ ਨੇ, ਬਾਹਰ ਦੇ ਇੰਦਰੀਆਂ ਦੇ ਨਾਲ, ਉਹ ਜਿਹੜੇ ਨੇ ਉਹ ਅੰਦਰੋਂ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਹੀ ਨਹੀਂ ਦਿੰਦੇ। ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ ਉਹ ਨਹੀਂ ਆਉਣ ਦਿੰਦੇ। ਅੰਦਰੋਂ ਉਹ ਚੋਰੀ ਕਰਦੇ ਰਹਿੰਦੇ ਹਨ ਜੀ। ਗੁਰਮੁਖ ਹੋਏ ਕਾਇਆ ਗੜ ਲੀਜੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੇ ਕੋਈ ਗੁਰਮੁਖ ਹੋਵੇ ਨਾ ਤੇ ਫਿਰ ਉਹ ਸਰੀਰ ਰੂਪੀ ਕਿਲੇ ਨੂੰ ਜਿੱਤ ਲਵੇਗਾ। ਗੜ ਦਾ ਅਰਥ ਹੁੰਦਾ ਕਿਲਾ, ਲੀਜੇ ਦਾ ਅਰਥ ਹੈ ਜਿੱਤ ਲੈਣਾ। ਗੁਰਮੁਖ ਹੋਏ, ਗੁਰਮੁਖ ਹੋਣਾ ਅਤ ਦਾ ਜ਼ਰੂਰੀ ਹੈ। ਹੁਣ ਗੁਰਮੁਖ ਕੀ ਹੈ? ਗੁਰੂ ਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਜਿਹਨੇ ਆਪਣੇ ਅੰਦਰ ਜੀਵਨ ਦੇ ਵਿੱਚ ਵਸਾ ਲਿਆ, ਉਹ ਗੁਰਮੁਖ ਹੈ। ਗੁਰਮੁਖ ਹੋਏ ਕਾਇਆ ਗੜ ਲੀਜੇ। ਜੇ ਅਸੀਂ ਗੁਰਮੁਖ ਬਣ ਜਾਈਏ, ਗੁਰੂ ਦੀ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਤੇ ਫਿਰ ਇਹ ਸਰੀਰ ਰੂਪੀ ਕਿਲਾ ਜਿਹੜਾ ਇਹਨੂੰ ਜਿੱਤਿਆ ਜਾ ਸਕਦਾ ਹੈ ਜੀ। ਅੰਤਰ ਮਹਿਲ ਤੀਰਥ ਪਰਮੀਜੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੇ ਸਾਡੇ ਅੰਦਰ ਕਿਸੇ ਪ੍ਰਕਾਰ ਦੀ ਵੀ ਮੈਲ ਹੈ, ਅਸੀਂ ਅੰਦਰੋਂ ਮੈਲ ਨੂੰ ਲਈ ਫਿਰਦੇ ਹਾਂ,
ਤੇ ਫਿਰ ਸਾਨੂੰ ਤੀਰਥਾਂ ਦਾ ਵੀ ਇਤਨਾ ਲਾਹਾ ਪ੍ਰਾਪਤ ਨਹੀਂ ਹੁੰਦਾ ਹੈ ਜੀ। ਮਨ ਨਹੀਂ ਸੋਚਾ ਕਿਆ ਸੋਚ ਕਰੀਜੈ। ਸੋਚ ਦਾ ਅਰਥ ਹੁੰਦਾ ਸਰੀਰ ਦੀ ਸਫਾਈ ਕਰਨੀ। ਇਹ ਹਿੰਦੀ ਦਾ ਸ਼ਬਦ ਏ। ਆਪਾਂ ਵੇਖਦੇ ਆ ਜਿੱਥੇ ਇਸ਼ਨਾਨ ਕਰਦੇ ਆ ਨਾ, ਉਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਇਸ਼ਨਾਨ ਘਰ ਲਿਖਿਆ ਹੋਇਆ ਹੈ, ਤੇ ਜਿਹੜੇ ਅਰਬੀ ਫਾਰਸੀ ਵਾਲੇ ਨੇ ਉਹ ਗੁਸਲ ਲਿਖਦੇ ਨੇ। ਗੁਸਲ ਦਾ ਅਰਥ ਵੀ ਇਸ਼ਨਾਨ ਘਰ ਹੁੰਦਾ ਹੈ। ਜਿਹੜੇ ਹਿੰਦੀ ਵਾਲੇ ਨੇ ਉਹ ਸ਼ੌਚਾਲਿਆ ਲਿਖਦੇ ਨੇ। ਸ਼ੌਚਾਲਿਆ ਦਾ ਅਰਥ ਵੀ ਇਸ਼ਨਾਨ ਘਰ ਹੁੰਦਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਨ ਨਹੀਂ ਸੂਚਾ ਕਿਆ ਸੋਚ ਕਰੀਜੇ। ਸਰੀਰ ਦੀ ਜਿਹੜੀ ਅਸੀਂ ਸੋਚ ਸਫਾਈ ਕਰਦੇ ਆ, ਸਰੀਰ ਨੂੰ ਜਿਹੜਾ ਅਸੀਂ ਨਹਾਉਂਦੇ ਧੋਂਦੇ ਆ ਨਾ, ਇਹ ਭਾਈ ਝੂਠਾ ਹੋ ਜਾਂਦਾ, ਕਿਉਂਕਿ ਮਨ ਝੂਠਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਬਰਤਨ ਹੋਵੇ, ਉਸ ਬਰਤਨ ਦੇ ਅੰਦਰ ਮੈਲ ਹੋਵੇ, ਅੰਦਰੋਂ ਬਰਤਨ ਝੂਠਾ ਹੋਵੇ ਤੇ ਬਾਹਰੋਂ ਮਾਂਜਣ ਦੇ ਨਾਲ ਉਹ ਸੁੱਚਾ ਨਹੀਂ ਹੁੰਦਾ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਮਨ ਨਹੀਂ ਸੂਚਾ। ਜੇ ਸਾਡਾ ਮਨ ਹੀ ਸੁੱਚਾ ਨਹੀਂ, ਮਨ ਹੀ ਪਵਿੱਤਰ ਨਹੀਂ, ਕਿਆ ਸੋਚ ਕਰੀਜੇ। ਤੇ ਫਿਰ ਗੁਰੂ ਸਵਾਰਿਓ, ਇਸ ਤਰ੍ਹਾਂ ਸਰੀਰ ਦੀ ਸੋਚ ਕਰਿਆ, ਸਰੀਰ ਨੂੰ ਧੋਤਿਆਂ ਧਵਾਇਆ ਕੁਝ ਨਹੀਂ ਬਣਦਾ ਹੈ ਜੀ। ਕਿਰਤ ਪਿਆ ਦੋਸ ਕਾ ਕੋ ਦੀਜੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਰਤ ਪਿਆ। ਇਹ ਅਸੀਂ ਜਿਹੜੀ ਕਿਰਤ, ਇਹਨੂੰ ਕਿਰਤ ਆਖਦੇ ਨੇ। ਕਿਰਤ ਅਸੀਂ ਜੋ ਕਰਦੇ ਹਾਂ ਉਹ ਕਿਰਤ ਹੈ। ਕਿਰਤ ਪਿਆ ਦੋਸ਼ ਕਾ ਕੋ ਦੀਜੇ। ਇਹਦੇ ਵਿੱਚ ਅਸੀਂ ਕਿਸੇ ਨੂੰ ਗੁਨਾਹਗਾਰ ਨਹੀਂ ਕਹਿ ਸਕਦੇ, ਇੱਕ ਦੂਜੇ ਦੇ ਉੱਤੇ ਦੋਸ਼ ਨਹੀਂ ਲਾ ਸਕਦੇ ਵੀ ਤੇਰੀ ਵਜ੍ਹਾ ਦੇ ਨਾਲ ਮੈਨੂੰ ਆਹ ਕਰਨਾ ਪੈਂਦਾ ਹੈ, ਤੇਰੀ ਵਜ੍ਹਾ ਦੇ ਨਾਲ ਮੈਨੂੰ ਆਹ ਕਰਨਾ ਪੈਂਦਾ। ਦੋ ਹੁੰਦੀਆਂ ਨੇ, ਇੱਕ ਹੁੰਦੀ ਹੈ ਸਥਿਤੀ ਤੇ ਇੱਕ ਹੁੰਦੀ ਹੈ ਪਰਿਸਥਿਤੀ। ਦੋ ਹੁੰਦੀਆਂ ਨੇ, ਇੱਕ ਸਥਿਤੀ ਹੁੰਦੀ ਹੈ ਤੇ ਇੱਕ ਪਰਿਸਥਿਤੀ ਹੁੰਦੀ ਹੈ। ਜੇ ਇਹਨੂੰ ਆਪਾਂ ਸਮਝ ਲਈਏ ਨਾ ਤੇ ਫਿਰ ਆਪਾਂ ਨੂੰ ਗੱਲ ਦੀ ਸਮਝ ਆ ਜਾਏਗੀ ਵੀ ਕਿਰਤ ਜਿਹੜੀ ਇਹ ਸਾਡਾ ਕੁਝ ਨਹੀਂ ਵਿਗਾੜ ਸਕਦੀ। ਕਿਰਤ ਪਿਆ ਦੋਸ ਕਾ ਕੋ ਦੀਜੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਨੁੱਖ ਦੇ ਜੀਵਨ ਦੇ ਵਿੱਚ ਸਥਿਤੀ ਤੇ ਪਰਿਸਥਿਤੀ ਇਹ ਦੋ ਹੁੰਦੀਆਂ ਨੇ। ਜਿਹੜੀ ਪਰਿਸਥਿਤੀ ਹੈ ਉਹ ਬਾਹਰੋਂ ਸਮਾਜ ਬਣਾਉਂਦਾ ਹੈ, ਜਿਹੜੀ ਸਥਿਤੀ ਹੈ ਉਹ ਸਾਡਾ ਮਨ ਬਣਾਉਂਦਾ ਹੈ। ਥੋੜਾ ਸਮਝਣ ਦਾ ਯਤਨ ਕਰਿਓ। ਜਿਹੜੀ ਪਰਿਸਥਿਤੀ ਹੈ ਨਾ ਉਹ ਬਾਹਰੋਂ ਸਮਾਜ ਬਣਾਉਂਦਾ। ਜਿੱਥੇ ਅਸੀਂ ਰਹਿੰਦੇ ਆ ਉੱਥੇ ਅਸੀਂ ਲੋਕਾਂ ਦੇ ਨਾਲ ਵਿਚਰਦੇ ਹੋਏ, ਲੋਕਾਂ ਦੇ ਦੁਆਰਾ ਉਥੋਂ ਦਾ ਮਾਹੌਲ ਜਿਹੜਾ ਬਣਾਇਆ ਗਿਆ ਹੈ ਉਹ ਜਿਹੜਾ ਹੈ ਉਹ ਸਾਡੇ ਬਾਹਰੀ ਸਰੀਰ ਦੇ ਨਾਲ ਸੰਬੰਧ ਰੱਖਦਾ ਹੈ। ਤੇ ਜਿਹੜੀ ਸਥਿਤੀ ਹੈ ਉਹ ਸਾਡੇ ਮਨ ਦੀ ਹੈ। ਸਾਡਾ ਮਨ ਕਿੱਥੇ ਟਿਕਿਆ ਹੈ, ਸਾਡਾ ਮਨ ਕਿੱਥੇ ਰੁਕਿਆ ਹੈ। ਜੇ ਸਾਡਾ ਮਨ ਵੀ ਉਹਨਾਂ ਦੇ ਮਨ ਵਰਗਾ ਹੈ ਤੇ ਫਿਰ ਉਹਨਾਂ ਦਾ ਸਾਡੇ ਤੇ ਬੜੀ ਛੇਤੀ ਅਸਰ ਹੋਣਾ ਜੇ ਸਾਡਾ ਮਨ ਉਹਨਾਂ ਵਰਗਾ ਨਹੀਂ ਤੇ ਫਿਰ ਉਹਨਾਂ ਦਾ ਸਾਡੇ ਤੇ ਅਸਰ ਨਹੀਂ ਹੁੰਦਾ। ਮੈਂ ਆਪ ਜੀ ਨੂੰ ਇੱਕ ਪ੍ਰਮਾਣ ਦੇ ਦਿੰਦਾ। ਧੰਨ ਗੁਰੂ ਨਾਨਕ ਦੇਵ ਜੀ ਦੀ ਸਥਿਤੀ ਸੀ ਜਿਹੜੀ ਮਨ ਦੀ, ਉਹ ਪਰਮਾਤਮਾ ਦੇ ਨਾਲ ਟਿਕੀ ਹੋਈ ਸੀ, ਪਰ ਜਿਹੜੀ ਪਰਿਸਥਿਤੀ ਸੀ ਨਾ ਪਰਿਵਾਰ ਦੀ, ਉਹ ਨਹੀਂ ਸੀ ਨਾਲ ਰਲਦੀ। ਜਿਹੜੀ ਪਰਿਵਾਰ ਦੀ ਪਰਿਸਥਿਤੀ ਸੀ, ਪਰਿਵਾਰ ਦਾ ਜਿਹੜਾ ਮਾਹੌਲ ਸੀ, ਇਸ ਤਰ੍ਹਾਂ ਸਮਝ ਲਓ ਜਿਹੜਾ ਪਰਿਵਾਰਿਕ ਮਾਹੌਲ ਸੀ ਨਾ ਉਹ ਬੰਦਗੀ ਸਿਮਰਨ ਕਰਨ ਵਾਲਾ ਹੈ ਹੀ ਨਹੀਂ ਸੀ। ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਅੰਦਰ ਸੀ, ਅੰਦਰ ਦੀ ਜਿਹੜੀ ਸਥਿਤੀ ਸੀ ਉਹ ਬੰਦਗੀ ਸਿਮਰਨ ਕਰਨ ਵਾਲੀ ਸੀ। ਇਸ ਕਰਕੇ ਪਰਿਵਾਰ ਦਾ ਜਿਹੜਾ ਅਸਰ ਹੈ ਗੁਰੂ ਨਾਨਕ ਦੇਵ ਜੀ ਤੇ ਨਹੀਂ ਹੋਇਆ। ਇਸੇ ਤਰ੍ਹਾਂ ਅਸੀਂ ਜਦੋਂ ਪਰਿਵਾਰ ਦੇ ਵਿੱਚ ਰਹਿੰਦੇ ਆ ਜਾਂ ਸਮਾਜ ਦੇ ਵਿੱਚ ਜਿੱਥੇ ਵੀ ਰਹਿੰਦੇ ਆ, ਇਹ ਪਰਿਸਥਿਤੀ ਹੈ ਜਿਹੜੀ ਇਹ ਬਾਹਰੋਂ ਸਾਡੀ ਪਰਿਵਾਰ ਬਣਾਉਂਦਾ ਹੈ, ਸਾਡਾ ਸਮਾਜ ਬਣਾਉਂਦਾ ਹੈ। ਜੇ ਸਾਡਾ ਮਨ ਵੀ ਉਹਨਾਂ ਵਰਗਾ ਤੇ ਉਹਨਾਂ ਦਾ ਸਾਡੇ ਤੇ ਉਦੋਂ ਹੀ ਅਸਰ ਹੋ ਜਾਣਾ, ਅਸੀਂ ਉਹਨਾਂ ਦੇ ਨਾਲ ਰਲ ਜਾਣਾ ਹੈ। ਜੇ ਚਾਰ ਚੋਰ ਨੇ, ਉਹਨਾਂ ਦੇ ਵਿੱਚ ਇੱਕ ਸਾਧ ਆ ਗਿਆ, ਉਹਦੇ ਸਾਧ ਦਾ ਜੇ ਮਨ ਦੇ ਵਿੱਚ ਥੋੜੀ ਜਿਹੀ ਵੀ ਭਾਵਨਾ ਚੋਰੀ ਵਾਲੀ ਹੈ ਨਾ ਤੇ ਉਹ ਉਹਨਾਂ ਚਾਰ ਚੋਰਾਂ ਦੇ ਨਾਲ ਰਲ ਕੇ ਤੇ ਪੰਜ ਚੋਰ ਬਣ ਜਾਣਗੇ। ਜੇ ਉਹਦੀ ਅੰਦਰੋਂ ਭਾਵਨਾ ਚੋਰੀ ਵਾਲੀ ਨਹੀਂ, ਉਹਨੇ ਆਪਣਾ ਮਨ ਨਹੀਂ ਡੋਲਣ ਦਿੱਤਾ ਤੇ ਬਾਹਰ ਦੀ ਜਿਹੜੀ ਪਰਿਸਥਿਤੀ ਹੈ ਉਹਦਾ ਕੁਝ ਨਹੀਂ ਜੇ ਵਿਗਾੜ ਸਕਦੀ, ਉਹ ਉਹਨੂੰ ਆਪਣੇ ਵਰਗਾ ਨਹੀਂ ਕਰ ਸਕਦੇ। ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ, ਸੱਚੇ ਸਤਿਗੁਰੂ ਇਹ ਦੱਸ ਰਹੇ ਨੇ, ਕਿਰਤ ਪਿਆ। ਬਾਬਾ ਜੀ ਤੋਂ ਪੜਿਓ ਫਿਰ ਇੱਕ ਵਾਰੀ। ਕਿਰਤ ਪਿਆ ਦੋਸ ਕਾ ਕੋ ਦੀਜੈ। ਹੁਣ ਜਿਹੜੀ ਕਿਰਤ ਹੈ, ਐਵੇਂ ਵੇਖੋ ਇੱਥੇ ਕਿਰਤ ਕਰ ਰਿਹਾ, ਮੇਰੀ ਕਿਰਤ ਹੈ, ਬਾਣੀ ਪੜ੍ਹਨੀ, ਕਥਾ ਕਰਨੀ, ਇਹ ਮੇਰੀ ਕਿਰਤ ਹੈ। ਹਰ ਇੱਕ ਮਨੁੱਖ ਦੀ ਇੱਕ ਖੇਤੀ ਕਰਦਾ ਉਹਦੀ ਕਿਰਤ ਹੈ। ਇਹ ਸਾਨੂੰ ਕਿਰਤ ਪ੍ਰਾਪਤ ਹੋਈ ਹੈ ਪਰਮਾਤਮਾ ਦੇ ਵੱਲੋਂ। ਇਹਨੂੰ ਮੈਂ ਬਹੁਤ ਵਾਰੀ ਸਮਝਾਉਣ ਦਾ ਯਤਨ ਕੀਤਾ। ਉਸ ਪਰਮਾਤਮਾ ਨੇ ਨਾ ਸਾਡੀ ਰੋਜੀ ਰੋਟੀ ਲਿਖੀ ਹੈ ਵੀ ਤੂੰ ਆਹ ਕੰਮ ਕਰੇਗਾ ਤੈਨੂੰ ਇਹਦੇ ਵਿੱਚ ਰੋਜੀ ਰੋਟੀ ਮਿਲਣੀ। ਉਹ ਲਿਖੀ ਕਿਵੇਂ ਗਈ ਹੈ? ਉਹ ਇਸ ਤਰ੍ਹਾਂ ਲਿਖੀ ਗਈ ਹੈ, ਪਿਛਲੇ ਜਿਹੜੇ ਸਾਡੇ ਜਨਮ ਨੇ ਨਾ
ਉਦੋਂ ਜਿਸ ਤਰ੍ਹਾਂ ਦੀ ਸਾਡੀ ਭਾਵਨਾ ਸੀ ਨਾ, ਉਸ ਤਰ੍ਹਾਂ ਦੀ ਭਾਵਨਾ ਦੇ ਨਾਲ ਰੋਜੀ ਰੋਟੀ ਮਿਲ ਗਈ ਏ। ਤੁਹਾਨੂੰ ਸਾਖੀ ਸੁਣਾਈ ਹੋਈ ਹੈ ਬਿੱਲੇ ਤੇ ਉਹਦੇ ਕੁੱਕੜ ਵਾਲੀ। ਬਸ ਉਸ ਤਰ੍ਹਾਂ ਜਿਸ ਤਰ੍ਹਾਂ ਦੀ ਸਾਡੀ ਭਾਵਨਾ ਸੀ, ਉਸ ਤਰ੍ਹਾਂ ਦੀ ਭਾਵਨਾ ਦੇ ਨਾਲ ਸਾਨੂੰ ਕਿਰਤ ਮਿਲ ਗਈ ਏ। ਜੇ ਜ਼ਿਮੀਂਦਾਰੇ ਦੀ ਕਿਰਤ ਮਿਲੀ ਏ ਤੇ ਸਾਡੀ ਭਾਵਨਾ ਦੀ ਇਸ ਤਰ੍ਹਾਂ ਦੀ ਸੀ, ਮਾਲਕ ਨੇ ਆਖਿਆ ਤੂੰ ਇਹਦੇ ਚੋਂ ਕਮਾਈ ਜਾ। ਮੈਂ ਬਹੁਤ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਾਣੀ ਵੇਖੇ ਨੇ, ਉਹ ਯਤਨ ਕਰਦੇ ਨੇ ਕੋਈ ਡਾਕਟਰ ਬਣਨ ਦਾ ਜਾਂ ਕੋਈ ਦੁਕਾਨ ਖੋਲ੍ਹਣ ਦਾ ਜਾਂ ਕੋਈ ਖੇਤੀ ਕਰਨ ਦਾ, ਉਹਨਾਂ ਦਾ ਕੰਮ ਹੀ ਨਹੀਂ ਚੱਲਦਾ। ਉਹ ਜਦੋਂ ਆਪਣੀ ਕਿਰਤ ਦੇ ਨਾਲ ਸਹੀ ਢੰਗ ਦੇ ਨਾਲ ਜੋ ਉਹਨਾਂ ਦੇ ਵਿੱਚ ਲਿਖੀ ਉਹਦੇ ਨਾਲ ਜੁੜਦੇ ਨੇ ਨਾ, ਉਦੋਂ ਫਿਰ ਉਹਨਾਂ ਦਾ ਕੰਮ ਵਧੀਆ ਚੱਲ ਜਾਂਦਾ ਤੇ ਰੋਜੀ ਰੋਟੀ ਵਧੀਆ ਬਣ ਜਾਂਦੀ। ਕਿਰਤ ਪਿਆ ਦੋਸ ਕਾਕੋ ਦੀਜੇ। ਗੁਰੂ ਮਹਾਰਾਜ ਇੱਥੇ ਸਾਨੂੰ ਇਹ ਸਮਝਾ ਰਹੇ ਨੇ, ਜਿਹੜੀ ਤੈਨੂੰ ਕਿਰਤ ਪਈ ਇਹਨੇ ਦੇ ਵਿੱਚ ਕਿਸੇ ਨੂੰ ਦੋਸ਼ ਨਾ ਦੇ, ਇਹਦੇ ਵਿੱਚ ਤੂੰ ਕਿਸੇ ਨੂੰ ਦੋਸ਼ੀ ਨਾ ਠਹਿਰਾ, ਕਿਉਂਕਿ ਤੇਰੀ ਭਾਵਨਾ ਹੀ ਇਹ ਸੀ ਵੀ ਮੈਂ ਇਸ ਤਰ੍ਹਾਂ ਦੀ ਰੋਜੀ ਰੋਟੀ ਜਿਹੜੀ ਉਹ ਕਮਾਉਣੀ ਕਰਾਂ, ਇਸ ਤਰ੍ਹਾਂ ਦਾ ਕੰਮ ਕਰਕੇ ਤੇ ਮੈਂ ਆਪਣੀ ਜਿਹੜੀ ਚੋਗ ਹੈ ਉਹ ਚੁਗਣੀ ਕਰਾਂ। ਪਰ ਤੂੰ ਅੰਦਰੋਂ ਮਨ ਦੀ ਸਥਿਤੀ ਨਾ ਵਿਗੜਨ ਦਈ। ਜਿਹੜੀ ਜਿਵੇਂ ਹੁਣ ਸਦਨਾ ਵੇਖੋ, ਸਦਨੇ ਨੂੰ ਕਿਰਤ ਮਿਲੀ ਸੀ ਕਸਾਈ ਵਾਲੀ, ਕਿਤੇ ਖਿਆਲ ਆ ਗਿਆ ਹੋਣਾ। ਆਪਾਂ ਜਦੋਂ 10ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਆ ਨਾ, ਤੇ ਗੁਰੂ ਮਹਾਰਾਜ ਜੀ ਨੇ ਕਈਆਂ ਦਾ ਉਧਾਰ ਕੀਤਾ ਹੈ। ਕਿਤੇ ਬਘਿਆੜ ਦਾ ਉਧਾਰ ਕੀਤਾ, ਕਿਤੇ ਸ਼ੇਰ ਦਾ ਵੇਖੋ ਉਧਾਰ ਕੀਤਾ। ਪੜ੍ਹਦੇ ਆ ਨਾ ਇਤਿਹਾਸ ਦੇ ਵਿੱਚ, ਉਹ ਸ਼ੇਰ ਤੇ ਬਘਿਆੜ ਗੁਰਸਿੱਖ ਹੋਣ ਦੇ ਬਾਵਜੂਦ ਵੀ ਕਿਉਂ ਬਣ ਗਏ? ਕਿਉਂਕਿ ਉਹਨਾਂ ਦੀ ਭਾਵਨਾ ਉਸ ਤਰ੍ਹਾਂ ਦੀ ਹੋ ਗਈ ਸੀ, ਉਸ ਤਰ੍ਹਾਂ ਦੀ ਉਹਨਾਂ ਨੂੰ ਕਿਰਤ ਮਿਲ ਗਈ ਤੇ ਫਿਰ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਭਲਾ ਕਰ ਦਿੱਤਾ। ਹੁਣ ਗੁਰੂ ਜੀ ਇਹ ਦੱਸਦੇ ਨੇ ਕਿਰਤ ਪਿਆ, ਸਾਨੂੰ ਜਿਹੜੀ ਕਿਰਤ ਮਿਲਦੀ ਹੈ ਰੋਜੀ ਰੋਟੀ ਕਮਾਉਣ ਵਾਸਤੇ, ਦੋਸ ਕਾਕੋ ਦੀਜੇ, ਉਹਦੇ 'ਚ ਅਸੀਂ ਕਿਸੇ ਨੂੰ ਗੁਨਾਹਗਾਰ ਨਹੀਂ ਠਹਿਰਾਉਣਾ। ਤੇ ਜਿਹੜੀ ਸਾਡੀ ਮਨ ਦੀ ਸਥਿਤੀ ਹੈ, ਜੇ ਇਹ ਵਿਗੜਦੀ ਹੈ ਤੇ ਫਿਰ ਅਸੀਂ ਗੁਨਾਹਗਾਰ ਖੁਦ ਹੋ ਗਏ ਆ। ਇਹਨੂੰ ਨਹੀਂ ਵਿਗੜਨ ਦੇਣਾ ਹੈ ਜੀ। ਅੰਨ ਨਾ ਖਾਹੇ ਦੇਹੀ ਦੁਖ ਦੀਜੈ। ਤੇ ਅੰਨ ਨਾ ਖਾਣ ਦੇ ਨਾਲ ਸਰੀਰ ਨੂੰ ਤਕਲੀਫ ਹੀ ਹੁੰਦੀ ਹੈ, ਇਹਦੇ ਨਾਲ ਮਨ ਤੇ ਤਾਂ ਕੋਈ ਅਸਰ ਨਹੀਂ ਹੁੰਦਾ ਹੈ ਜੀ। ਇਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਜਦੋਂ ਤੱਕ ਗੁਰੂ ਮਹਾਰਾਜ ਜੀ ਦੀ ਕਿਰਪਾ ਨਾ ਹੋਵੇ, ਸਾਨੂੰ ਗੁਰੂ ਦਾ ਗਿਆਨ ਪ੍ਰਾਪਤ ਨਾ ਹੋਵੇ, ਉਦੋਂ ਤੱਕ ਮਨੁੱਖ ਨੂੰ ਅੰਦਰੋਂ ਸੰਤੋਖ ਨਹੀਂ ਆਉਂਦਾ, ਅੰਦਰੋਂ ਸਬਰ ਨਹੀਂ ਆਉਂਦਾ। ਅੰਨ ਨਾ ਖਾਹੇ ਦੇਹੀ ਦੁੱਖ ਦੀਜੇ। ਅਸੀਂ ਅੰਨ ਛੱਡ ਪਈਏ ਵੀ ਪ੍ਰਸ਼ਾਦਾ ਪਾਣੀ ਨਹੀਂ ਛਕਣਾ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਆਪਣੇ ਸਰੀਰ ਨੂੰ ਦੁੱਖ ਦੇਣਾ ਦੇਈ ਜਾ, ਸਾਡਾ ਕੀ ਲੈਣਾ। ਸੋਹਵੇ ਜੀਆ ਆਪਣਾ ਕੀਆ, ਆਪਣਾ ਕੀਤਾ ਤੂੰ ਆਪ ਹੀ ਅੰਨ ਛੱਡਿਆ। ਮਾਲਕ ਨੇ ਤਾਂ ਤੈਨੂੰ ਰੋਜੀ ਰੋਟੀ ਦਿੱਤੀ ਏ, ਤੂੰ ਇਹਨੂੰ ਨਾ ਖਾ ਤੇ ਦੁਖੀ ਹੋਈ ਜਾ, ਸਾਡਾ ਕੀ ਲੈਣਾ। ਬਿਨ ਗੁਰ ਗਿਆਨ ਤ੍ਰਿਪਤ ਦੀਜੇ। ਜਦੋਂ ਤੱਕ ਗੁਰੂ ਦਾ ਸਾਨੂੰ ਗਿਆਨ ਨਾ ਮਿਲੇ, ਉਦੋਂ ਤੱਕ ਸਾਡੇ ਅੰਦਰ ਸਬਰ ਸੰਤੋਖ ਤ੍ਰਿਪਤੀ ਹੈ ਜਿਹੜੀ ਨਹੀਂ ਆਉਂਦੀ ਹੈ ਜੀ। ਮਨਮੁਖ ਜਨਮ ਜਨਮ ਮਰੀਜੈ। ਤੇ ਜਿਹੜਾ ਮਨਮੁਖ ਹੈ ਇਹ ਜੰਮਦਾ ਤੇ ਮਰਦਾ ਹੈ, ਤੇ ਮਰਦਾ ਤੇ ਫਿਰ ਜੰਮ ਜਾਂਦਾ ਹੈ। ਪੂਛ ਸੰਗਤ ਪਾਸ ਤਰੀਜੈ। ਹੁਣ ਅੱਗੇ ਤਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਂਦਰ ਧੁੰਦਰ ਦਾ ਅਰਥ ਇਸ ਤੇ ਇਹ ਸਮਝ ਲੈਣਾ ਹੈ, ਜਿਹੜਾ ਅਸੀਂ ਨਾਮ ਜਪਣ ਤੋਂ ਬਿਨਾਂ